ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਾਕੜਾ ਸਟੂਡੀਓ ਇੰਨਾ ਪਿਆਰ ਦਿੱਤਾ, ਆਪਣਾ ਟਾਈਮ ਦਿੱਤਾ। ਥੈਂਕ ਯੂ ਸਰ। ਤੇ ਸਰ ਅਸੀਂ ਸ਼ੁਰੂ ਤੋਂ ਜੋ ਇਤਿਹਾਸ 'ਚ ਪੜ੍ਹਦੇ ਆ ਰਹੇ ਹਾਂ, ਜੋ ਕਰਨ ਨਾਮ ਹੈ ਉਹ ਦਾਨਵੀਰਤਾ ਔਰ ਸਮਰਪਣ ਨਾਲ ਜੁੜਿਆ ਹੋਇਆ ਇੱਕ ਨਾਮ ਹੈ। ਤੇ ਤੁਹਾਡਾ ਨਾਮ ਕਰਨਵੀਰ ਸਿੰਘ ਸਿਵਿਆ, ਕਰਨਵੀਰ ਇਹਦੇ ਵਿੱਚ ਕਰਨ ਵਾਲਾ ਹੈ, ਤਾਂ ਕੀ ਇਹ ਉਸ ਪਰਸਨੈਲਿਟੀ ਦਾ ਅਸਰ ਹੈ ਤੁਹਾਡੇ ਤੇ ਕਿ ਤੁਸੀਂ ਹਰ ਇੱਕ ਲਈ ਹਮੇਸ਼ਾ ਹਰ ਜਗ੍ਹਾ ਤੇ ਹਾਜ਼ਰ ਹੁੰਦੇ ਹੋ? ਇਹ ਤਾਂ ਵੱਡਿਆਂ ਦੀ ਸੋਚ, ਪਤਾ ਨਹੀਂ ਹਰੇਕ ਬੱਚੇ ਦਾ ਜਦੋਂ ਨਾਮਕਰਨ ਹੁੰਦਾ ਤੇ ਉਹ ਕੁਛ ਨਾ ਕੁਛ ਉਸ ਤੋਂ ਉਮੀਦ ਰੱਖਦੇ ਨੇ ਕਿ ਜੋ ਅਸੀਂ ਨਾਂ ਰੱਖੀਏ, ਹੁਣ ਵੀਰਤਾ ਦੇ ਨਾਂ ਰੱਖਦੇ ਹਾਂ ਤੇ ਕੁਛ ਵੀਰਤਾ ਦੀ ਉਮੀਦ ਕਰਦੇ ਹਾਂ, ਕਿਤੇ ਵਿੱਦਿਆ ਦੀ ਗੱਲ ਕਰਦੇ ਹਾਂ, ਕਿਤੇ ਹੋਰ ਹੈ। ਸੋ ਸ਼ਾਇਦ ਉਹਨਾਂ ਦੇ ਕਿਤੇ ਜ਼ਿਹਨ 'ਚ ਹੋਣਾ ਹੈ, ਤੇ ਜੇ ਅਸੀਂ ਉਸ ਗੱਲ 'ਤੇ ਉਤਰ ਤੇ ਸਕੀਏ ਤੇ ਬਹੁਤ ਵੱਡੇ ਭਾਗ ਨੇ ਸਾਡੇ। ਜੀ ਹਾਂ, ਥੈਂਕ ਯੂ। ਪਿਛਲੇ ਦਿਨ ਹੀ ਸਾਨੂੰ ਇਨਵਾਈਟ ਕੀਤਾ ਗਿਆ ਸੀ ਅਕਾਲ ਗਰੁੱਪ ਆਫ ਇੰਸਟੀਟਿਊਸ਼ਨ ਕਨੀਓ, ਸਕਰੀਨਿੰਗ ਸੀ, ਅਸੀਂ ਉੱਥੇ ਗਏ ਤੇ ਉਸ ਦੇ ਵਿੱਚ ਆਪ ਜੀ ਦਾ ਸਹਿਯੋਗ ਕੀ ਹੈ ਸਾਡੇ ਵਿਊਵਰਸ ਨੂੰ ਦੱਸੋ। ਜੋ ਪ੍ਰੀਤਮ ਬ੍ਰਿਗੇਡੀਅਰ ਸਿੰਘ ਜੀ ਤੇ ਬਣਾਈ ਗਈ ਡਾਕੂਮੈਂਟਰੀ ਹੈ, ਉਸ ਦੇ ਵਿੱਚ ਆਪ ਜੀ ਦਾ ਕੀ ਯੋਗਦਾਨ ਹੈ? ਜਿਹੜੀ ਇਹ ਡਾਕੂਮੈਂਟਰੀ ਹੈ ਦ ਸੇਵੀਅਰ ਬ੍ਰਿਗੇਡੀਅਰ ਪ੍ਰੀਤਮ ਸਿੰਘ, ਇਹਦੀ ਜਿਹੜੀ ਪ੍ਰੋਡਕਸ਼ਨ ਦਾ ਸਾਰਾ ਕੰਮ ਹੈ ਉਹਦੀ ਜ਼ਿੰਮੇਵਾਰੀ ਮੇਰੇ ਕੋਲ ਸੀਗੀ। ਉਹਦਾ ਉਪਰਾਲਾ ਵੀ ਤਕਰੀਬਨ ਮੈਂ ਹੀ ਸੰਭਾਲਿਆ। ਉਹਦੀ ਕੰਪਲੀਟ ਰਿਸਰਚ ਵਰਕ ਜਿਹੜੀ ਹੈ, ਬਿਕੋਜ਼ ਇਹ ਆਰਮੀ ਨਾਲ ਰਿਲੇਟਡ ਵਰਕ ਜਿਹੜੇ ਹੁੰਦੇ ਨੇ, ਇਹਨਾਂ ਵਿੱਚ ਰਿਸਰਚ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੈ, ਬਿਕੋਜ਼ ਇਹਦੇ ਵਿੱਚ ਡੇਟਸ ਨੇ, ਟਾਈਮ ਹੈ, ਸਮਾਂ ਹੈ, ਅਖਬਾਰਾਂ ਦੀਆਂ ਕਟਿੰਗਸ ਨੇ, ਹਿਸਟੋਰਿਕ ਉਹ ਸਮੇਂ ਦੀਆਂ ਕੀ ਹਾਲਾਤ ਕੀ ਸੀਗੇ, ਲੋਕਾਂ ਦੀਆਂ ਇੰਟਰਵਿਊਜ਼ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਕੰਪਲੀਟ ਪੈਕੇਜ ਬਣਾਉਣ ਵਾਸਤੇ ਇਹਦੇ ਪਿੱਛੇ ਰਿਸਰਚ ਦਾ ਬੜਾ ਵੱਡਾ ਕੰਮ ਹੈ। ਸੋ ਮੈਂ ਰਿਸਰਚਰ ਵੀ ਹੈ ਇਸ ਦਾ, ਤੇ ਉਹ ਇਸ ਕਰਕੇ ਹੁਣ ਤੱਕ ਇੰਨੀਆਂ ਸਕਰੀਨਿੰਗਸ ਅਸੀਂ ਕੀਤੀਆਂ, ਕਿਸੇ ਦਾ ਵੀ ਕੋਈ ਕਿੰਤੂ ਪ੍ਰੰਤੂ ਕਿਸੇ ਕਿਸਮ ਦਾ ਸਵਾਲ ਜਵਾਬ ਨਹੀਂ ਕਦੇ ਵੀ ਇਸ ਗੱਲ 'ਤੇ ਆਇਆ। ਸੈਂਸਰ ਦੇ ਮਤਲਬ ਅਧੀਨ, ਸੈਂਸਰ ਦੇ ਅਧੀਨ, ਸੈਂਸਰ ਤਾਂ ਵੈਸੇ ਹੀ ਅਸੀਂ ਆਲਰੇਡੀ ਕਲੀਅਰੈਂਸ ਲਈ ਹੋਈ ਸੀਗੀ ਮੁੰਬਈ ਸੈਂਸਰ ਬੋਰਡ ਤੋਂ। ਸੋ ਉਸ ਗੱਲ ਦਾ ਸਾਨੂੰ ਬਿਲਕੁਲ ਅਸੀਂ ਨਿਸ਼ਚਿੰਤ ਸੀਗੇ। ਕਈ ਵਾਰੀ ਆਰਮੀ ਦਾ ਆਬਜੈਕਸ਼ਨ, ਆਰਮੀ ਦੇ ਕਈ ਆਬਜੈਕਸ਼ਨਸ ਆਉਂਦੇ ਨੇ ਵੀ ਉਦੋਂ ਇਸ ਇਨਸਾਨ ਦਾ ਕੀ ਰੋਲ ਸੀਗਾ, ਤੁਸੀਂ ਉਹਦਾ ਰੋਲ ਵਧਾਇਆ ਘਟਾਇਆ ਹੈ, ਜਾਂ ਕੁਝ ਹੋਰ ਮੂਵਮੈਂਟ ਜਿਹੜੀ ਆਰਮੀ ਦੀ ਕਿਤੇ ਉਸ ਵਕਤ ਕਿਤੇ ਡਿਫਰੈਂਟ ਲੋਕੇਸ਼ਨ 'ਚ ਹੁੰਦੀ ਹੈ ਤੇ ਅਸੀਂ ਕੁਝ ਹੋਰ ਉਹਨੂੰ ਪਿਕਚਰਾਈਜ਼ ਕਰਦੇ ਹਾਂ। ਸੋ ਸਾਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਈ ਇਸ ਗੱਲ ਪਿੱਛੇ। ਤੁਸੀਂ ਉਮੀਦ ਕਰਦੇ ਹੋ ਇਸ ਚੀਜ਼ ਤੋਂ ਕਿ ਤੁਸੀਂ ਤੁਹਾਡੀ ਬਣਾਈ ਹੋਈ ਡਾਕੂਮੈਂਟਰੀਜ਼ ਨੂੰ ਦੇਖ ਕੇ ਜੋ ਯੂਥ ਹੈ ਉਹਨਾਂ ਦਾ ਮਨ ਬਦਲੂਗਾ? ਕਿਉਂਕਿ ਜਿੰਨੇ ਵੀ OTT ਪਲੇਟਫਾਰਮਸ ਨੇ ਜਾਂ ਸਾਡੀ ਜਿੰਨਾ ਵੀ ਮੀਡੀਆ ਅੱਜ ਪਰੋਸ ਰਿਹਾ ਹੈ, ਉਹ ਤਕਰੀਬਨ ਪੂਰੀਆਂ ਕਮਰਸ਼ਲਾਈਜ਼ ਵੀਡੀਓਜ਼ ਦੇ ਰਿਹਾ ਹੈ, ਜਿਸ ਦੇ ਵਿੱਚ ਜ਼ਿਆਦਾ ਵਾਇਲੈਂਸ ਹੈ ਐਂਡ ਸੈਕਸ ਹੈ। ਪੋਲੀਟੀਕਲੀ ਧੜਿਆਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਉਹਨਾਂ ਦੇ ਅੰਦਰ ਤੱਕ ਦੀਆਂ ਗੱਲਾਂ ਦਿਖਾਈਆਂ ਜਾਂਦੀਆਂ ਨੇ, ਔਰ ਤੁਸੀਂ ਇੱਕ ਡਾਕੂਮੈਂਟਰੀ ਬਣਾਈ ਹੈ। ਕੀ ਯੂਥ 'ਤੇ ਆਪਣਾ ਅਸਰ ਛੱਡ ਪਾਓਗੀ ਉਹ? ਤੁਸੀਂ ਇਹ ਦੇਖੋ ਕਿ ਜਿਹੜੀਆਂ ਪਿਕਚਰਸ BBC ਜਾਂ ਨੈਸ਼ਨਲ ਜੀਓਗ੍ਰਾਫਿਕ ਵਾਲੇ ਬਣਾਉਂਦੇ ਨੇ ਡਾਕੂਮੈਂਟਰੀਜ਼ ਜਿਹੜੀਆਂ ਨੇ, ਉਹ ਨਾਨ ਕਮਰਸ਼ੀਅਲ ਨੇ ਸਾਰੀਆਂ। ਬਿਲਕੁਲ ਜੀ। ਬਟ ਉਹ ਲੱਖਾਂ ਬੱਚੇ ਉਹਨਾਂ ਨੂੰ ਵਿਊ ਕਰਦੇ ਨੇ। ਉਹਨਾਂ ਦੀ ਭਾਵੇਂ ਸੀ ਵਰਲਡ ਹੈ, ਉਹਨਾਂ ਦੀ ਐਨੀਮਲ ਕਿੰਗਡਮ ਹੈ, ਉਹਨਾਂ ਦੀ ਹਿਸਟਰੀ ਦੇ ਬਾਰੇ ਹੈ, ਕਲਚਰ ਦੀ ਗੱਲ ਹੈ, ਹੈਰੀਟੇਜ ਦੀ ਗੱਲ ਹੈ। ਸੋ ਅਨਫੋਰਚੂਨੇਟਲੀ ਇਹ ਹੈਗਾ ਕਿ ਸਾਡੇ ਜਿਹੜਾ ਸਿਨੇਮਾ ਹੈ ਉਹ ਸਾਰਾ ਕਿਉਂਕਿ ਕਮਰਸ਼ੀਅਲ ਮੇਨ ਸਟ੍ਰੀਮ ਦੇ ਨਾਲ ਜੁੜਿਆ ਹੈ, ਸੋ ਆਟੋਮੈਟਿਕਲੀ ਉਹਨਾਂ ਦਾ ਰੈਵਨਿਊ ਜਨਰੇਟਿੰਗ ਪਲੇਟਫਾਰਮ ਜਦੋਂ ਤੱਕ ਉਹ ਨਹੀਂ ਐਕਸਾਈਟਮੈਂਟ ਨਹੀਂ ਲੈ ਕੇ ਆਉਣਗੇ, ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਪਬਲਿਕ ਨਹੀਂ ਜੁੜਦੀ। ਮਾਈਂਡ ਸਟਿਮੂਲੈਂਟਸ ਜਿਹੜੇ ਨੇ ਉਹਦੇ ਵਿੱਚ ਸਾਰੇ ਯੂਜ਼ ਕੀਤੇ ਜਾ ਰਹੇ ਨੇ ਅੱਜ ਕੱਲ੍ਹ, ਮਰਡਰ ਮਿਸਟਰੀਜ਼ ਨੇ ਜਾਂ ਹੋਰ ਚੀਜ਼ਾਂ ਆ ਰਹੀਆਂ ਨੇ ਸਾਰੀਆਂ, IS ਰॉ ਨੂੰ ਮਰਜ ਕਰਕੇ ਪੂਰਾ ਉਹਨੂੰ ਮਰਜ ਕਰਕੇ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ। ਬਟ ਐਕਚੁਅਲ ਹਕੀਕਤ ਕੀ ਹੈ ਉਹ ਕੌਣ ਦੱਸੇਗਾ ਬੱਚਿਆਂ ਨੂੰ? ਸੋ ਅਸੀਂ ਇਸ ਗੱਲ ਦਾ ਅਟੈਂਪਟ ਕੀਤਾ ਹੈਗਾ ਕਿ ਹਾਲਾਂਕਿ ਸਾਨੂੰ ਇੰਟਰਨੈਸ਼ਨਲ ਅਵਾਰਡਸ ਆਲਮੋਸਟ 8-9 ਦੇ ਕਰੀਬ ਸਾਨੂੰ ਇੰਟਰਨੈਸ਼ਨਲ ਅਵਾਰਡਸ ਮਿਲੇ ਨੇ ਫਿਲਮ ਫੈਸਟੀਵਲਸ ਦੇ। ਸੋ ਉਮੀਦ ਹੈ ਕਿ ਇੱਕ ਨਵਾਂ ਪਲੇਟਫਾਰਮ ਤਿਆਰ ਹੋ ਸਕਦਾ ਹੈ। ਜਿਹੜੇ ਕ੍ਰੀਏਟਿਵ ਫਿਲਮ ਮੇਕਰਸ ਨੇ ਜੀ, ਇੱਕ ਤਾਂ ਉਹ ਨੇ ਕਿ ਜਿਹੜੇ ਬਿਲਕੁਲ ਹੀ ਉਹਨਾਂ ਨੂੰ ਸਿਰਫ ਕਮਰਸ਼ੀਅਲ ਸਿਨੇਮਾ ਤੋਂ ਇਲਾਵਾ ਦੂਸਰੀ ਕੋਈ ਸੋਚ ਨਹੀਂ ਹੈ, ਬਟ ਹਾਲੇ ਬਹੁਤ ਖੂਬਸੂਰਤ ਕੁਝ ਐਸੇ ਲੋਕ ਨੇ। ਹੁਣ ਜਿਸ ਤਰ੍ਹਾਂ ਗੁਰਿੰਦਰ ਹੈਗੇ ਨੇ, ਗੁਰਿੰਦਰ ਨੇ 2-3 ਐਸੀਆਂ ਕਮਾਲ ਦੀਆਂ ਡਾਕੂਮੈਂਟਰੀਜ਼ ਬਣਾਈਆਂ ਜਿਹੜੀਆਂ ਕਾਂਸ ਤੱਕ ਵੀ ਗਈਆਂ ਨੇ। ਬਿਲਕੁਲ, ਅੰਨੇ ਘੋੜੇ ਦਾ ਦਾਨ ਹੈ ਜਾਂ ਚੌਥੀ ਕੂਟ ਹੈ ਜਾਂ ਇਸ ਕਿਸਮ ਦੀਆਂ ਖੂਬਸੂਰਤ ਚੀਜ਼ਾਂ ਨੇ। ਸਾਊਥ ਤੋਂ ਬਹੁਤ ਅੱਛੀਆਂ ਡਾਕੂਮੈਂਟਰੀਜ਼ ਆ ਰਹੀਆਂ ਨੇ। ਜੇ ਤੁਸੀਂ ਗੁਜਰਾਤੀ ਥੀਏਟਰ ਫਿਲਮ ਦੇਖੋ, ਉੱਥੋਂ ਬਹੁਤ ਕੁਝ ਅੱਛੀਆਂ ਵਰਕਸ ਆ ਰਹੇ ਨੇ। ਸੋ ਹੌਲੀ ਹੌਲੀ ਐਕਸੈਪਟੇਬਿਲਿਟੀ ਬਣੇਗੀ ਜ਼ਰੂਰ, ਅਸੀਂ ਇਹੀ ਉਮੀਦ ਕਰਦੇ ਹਾਂ ਜੀ।
ਇਹ ਸਮਾਜ ਦੀ ਪ੍ਰੋਬਲਮ ਹੈ ਜਾਂ ਮਤਲਬ ਜੋ ਅੱਜ ਹੈ ਇਸ ਕਰਕੇ ਇਦਾਂ ਦਾ ਮਾਹੌਲ ਹੈ ਕਿ ਹਰ ਪੇਰੈਂਟਸ ਚਾਹੁੰਦਾ ਕਿ ਮੇਰਾ ਬੱਚਾ ਸਟਾਰ ਬਣੇ, ਲਾਈਮਲਾਈਟ 'ਚ ਰਹੇ। ਕੋਈ ਵੀ ਆਪਣੇ ਕਿਸੇ ਬੱਚੇ ਨੂੰ ਡਿਫੈਂਸ ਨਾਲ ਨਹੀਂ ਜੋੜ ਰਿਹਾ, ਕੋਈ ਵੀ ਉਹਨਾਂ ਨੂੰ ਕਦੇ ਜਦੋਂ ਛੁੱਟੀ ਹੁੰਦੀ ਹੈ ਹਮੇਸ਼ਾ ਬੱਚੇ ਮਾਲ 'ਚ ਮਿਲਣਗੇ, ਤੁਹਾਨੂੰ ਜ਼ੂ 'ਚ ਮਿਲਣਗੇ, ਕੋਈ ਆਰਮੀ ਵਾਲੇ ਖੇਤਰ 'ਚ ਜਾਂ ਆਰਮੀ ਵਾਲੀ ਜਗ੍ਹਾ ਤੇ ਘੁਮਾਉਣ ਲਈ ਕੋਈ ਨਹੀਂ ਲੈ ਕੇ ਜਾਂਦਾ। ਇਹ ਕੀ ਹੈ ਔਰ ਕਿਉਂ ਹੋ ਰਿਹਾ ਹੈ ਸਭ? ਜਿਹੜਾ ਚੀਜ਼ ਦਾ ਤੁਸੀਂ ਜ਼ਿਕਰ ਕਰਦੇ ਹੋ ਵੀ ਅਸੀਂ ਕਿਉਂ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਕੰਟੋਨਮੈਂਟਸ 'ਚ ਲੈ ਕੇ ਜਾਂਦੇ, ਇੱਕ ਤਾਂ ਉਹਦੀਆਂ ਵੀ ਕਈ ਕਾਰਨ ਨੇ ਵੀ ਆਰਮੀ ਦੀਆਂ ਰਿਸਟ੍ਰਿਕਸ਼ਨਸ ਬੜੀਆਂ ਨੇ ਜੀ। ਸੋ ਸਾਰੀਆਂ ਕੰਟੋਨਮੈਂਟਸ ਜਿਹੜੀਆਂ ਨੇ ਅੱਜ ਕੱਲ੍ਹ 45 ਹੋ ਗਈਆਂ ਨੇ। ਮੈਨੂੰ ਯਾਦ ਹੈ ਆਪਣਾ ਬਚਪਨ ਸੰਗਰੂਰ ਦਾ ਵੀ ਅਸੀਂ ਜੇ ਕਦੇ ਵੀ ਘੁੰਮਣ ਜਾਣਾ ਤੇ ਅਸੀਂ ਇੱਥੋਂ ਬਰਾਸਰ ਬਾਗ ਤੋਂ ਕੰਟੋਨਮੈਂਟ ਹੋ ਕੇ ਤੇ ਅਸੀਂ ਜਨਰਲ ਗੁਰੂ ਨਾਨਕ ਸਿੰਘ ਪਬਲਿਕ ਸਕੂਲ ਹੋ ਕੇ ਫਿਰ ਵਾਪਸ ਵੀ ਆ ਜਾਣਾ ਕੰਟੋਨਮੈਂਟ ਵਿੱਚ ਦੀ। ਜੀ ਹੁਣ ਉਹ ਮਾਹੌਲ ਨਹੀਂ ਰਿਹਾ ਜੀ। ਕੰਟੇਨਮੈਂਟ ਜ਼ੋਨ ਬਣ ਗਏ ਨੇ, ਕੰਟੇਨਡ ਹੋ ਗਏ ਨੇ ਸਾਰੇ। ਸੋ ਇਹ ਹੈਗਾ ਕਿ ਹਾਲਾਂਕਿ ਬੱਚਿਆਂ ਨੂੰ ਬੜੇ ਅੱਛੇ ਲੱਗਦੇ ਨੇ ਕਿ ਜਦੋਂ ਆਰਮੀ ਵਾਲੇ ਟਰੱਕਾਂ 'ਚ ਜਾਂਦੇ ਨੇ, ਬੱਚੇ ਉਹਨਾਂ ਨੂੰ ਵੇਵ ਆਊਟ ਕਰਦੇ ਨੇ, ਹੋਰ ਕਰਦੇ ਨੇ, ਬਟ ਹਾਲੇ ਤੱਕ ਵੀ ਕਈ ਸਟੋਰੀਜ਼ ਮਿਸਿੰਗ ਨੇ ਜੀ। ਤੇ ਮੇਰੇ ਖਿਆਲ ਤੁਸੀਂ ਜਿਹੜੀ ਚੀਜ਼ ਦਾ ਜ਼ਿਕਰ ਕਰ ਰਹੇ ਹੋ ਕਿ ਜਿਹੜੇ ਹੁਣ ਪੇਰੈਂਟਸ ਜਿਹੜੇ ਨੇ, ਜਿਹੜੇ ਇਕਨੋਮਿਕਲੀ ਵੈਲ ਆਫ ਨੇ ਜਾਂ ਜਿਹੜੇ ਆਪਣੇ ਸੁੱਖ ਸਾਗਰਾਂ 'ਚ ਨੇ, ਉਹ ਹੁਣ ਆਪਣੇ ਬੱਚਿਆਂ ਨੂੰ ਮਹਿਫੂਜ਼ ਰੱਖਣ ਦੇ ਚੱਕਰਾਂ 'ਚ ਉਹ ਨਹੀਂ ਹੁਣ ਚੈਲੰਜਸ ਵਾਸਤੇ ਭੇਜਦੇ ਜੀ। ਤੇ ਅਦਰਵਾਈਜ਼ ਤੁਸੀਂ ਦੇਖੋ ਵੀ ਪੰਜਾਬ ਦੀ ਤਾਂ ਟ੍ਰੈਡੀਸ਼ਨ ਹੀ ਸੀਗੀ ਕਿ ਜੇ ਇਹ ਸਾਡਾ ਕਿੱਤਾ ਸੀਗਾ, ਜਿਸ ਤਰ੍ਹਾਂ ਹੋਰ ਲੋਕਾਂ ਦੇ ਵੱਖ-ਵੱਖ ਭਾਵੇਂ ਐਗਰੀਕਲਚਰਸ ਨੇ, ਹੋਰ ਅਸੀਂ ਸੀਗੇ ਫਰੋਮ ਦ ਸਟੇਟ ਫੋਰਸਿਸ। ਆਰਮੀ ਨਾਲ ਤਾਲੁਕ ਸੀਗਾ ਸਾਰਿਆਂ ਦਾ। ਠੀਕ ਹੈ ਜੀ। ਸੋ ਹੁਣ ਕਿਉਂਕਿ ਉਹ ਹੌਲੀ ਹੌਲੀ ਬੱਚੇ ਆਈਟੀ ਵੱਲ ਤੇ ਹੋਰ ਦੂਜੇ ਤੀਜੇ ਚੌਥੇ ਫੀਲਡਸ 'ਚ ਜਾ ਰਹੇ ਨੇ, ਉਦੋਂ ਸਾਡੇ ਕੋਲ ਜੌਬ ਓਪਰਚੁਨਿਟੀਜ਼ ਇਹੀ ਸੀਗੀਆਂ, ਜਾਂ ਚੰਗੀ ਖੇਤੀ ਕਰਨੀ ਜਾਂ ਫਿਰ ਆਰਮੀ ਜਾਂ ਆਰਮਡ ਫੋਰਸਿਸ ਨੂੰ ਜੁਆਇਨ ਕਰਨਾ। ਸੋ ਇੱਕ ਫੈਮਿਲੀ ਦੀਆਂ ਟ੍ਰੈਡੀਸ਼ਨ ਸੀਗੀਆਂ, ਉਹ ਜ਼ਰੂਰ ਕਿਤੇ ਟੁੱਟ ਗਈਆਂ ਨੇ। ਪਰ ਕਿਤੇ ਨਾ ਕਿਤੇ ਮਾਂ-ਬਾਪ ਇਸ ਚੀਜ਼ ਤੋਂ ਦੂਰ ਤਾਂ ਹੁੰਦੇ ਜਾ ਰਹੇ ਨੇ, ਉਸ ਚੀਜ਼ ਤੋਂ ਤੋੜ ਰਹੇ ਨੇ ਬੱਚਿਆਂ ਨੂੰ, ਜਾਂ ਕੋਈ ਉਧਰ ਨੂੰ ਲੈ ਕੇ ਜਾ ਹੀ ਨਹੀਂ ਰਿਹਾ ਵੀ ਮੇਰਾ ਬੱਚਾ ਆਰਮੀ 'ਚ ਹੋਵੇ। ਕੋਈ ਦੇਖਦਾ ਨਹੀਂ, ਨਾ ਹੀ ਕੋਈ ਉਹਨਾਂ ਨੂੰ ਇੱਦਾਂ ਦੀ ਕੋਈ ਸਿੱਖਿਆ ਹੈ, ਨਾ ਕੋਈ ਡਿਸਿਪਲਿਨ ਹੈ, ਨਾ ਸਕੂਲਾਂ 'ਚ ਦੱਸਿਆ ਜਾਂਦਾ। ਬਸ ਉਹ ਇੱਕ ਗਲੈਮਰ ਦਾ ਭੂਤ ਸਵਾਰ ਹੈ ਸਭ 'ਤੇ। ਉਹ ਗਲੈਮਰ ਦਾ ਕਿਉਂਕਿ ਪਰ ਗਲੈਮਰ ਤੁਸੀਂ ਦੇਖੋ ਬੜੀ ਸ਼ਾਰਟ ਲਿਵਡ ਹੈ ਜੀ। ਜੇ ਗਲੈਮਰ ਸ਼ਬਦ ਹੀ ਦੇਖ ਲਈਏ ਉਹ ਬੜਾ ਸ਼ਾਰਟ ਲਿਵਡ ਹੈ। ਬਿਊਟੀ ਹੈ ਉਹ ਸ਼ਾਰਟ ਲਿਵਡ ਹੈ। ਇਵੈਂਚੁਅਲੀ ਤਾਂ ਟੈਲੈਂਟ ਹੀ ਅੱਗੇ ਜਾਏਗਾ। ਬਿਲਕੁਲ। ਸੋ ਇਹ ਚੀਜ਼ਾਂ ਸਮਝਣ ਦੀ ਲੋੜ ਹੈ। ਪਰ ਹਾਲੇ ਵੀ ਤੁਸੀਂ ਦੇਖੋ ਵੀ ਆਰਮੀ ਜੁਆਇਨ ਕਰਨ ਵਾਸਤੇ, ਆਰਮਡ ਫੋਰਸਿਸ ਜੁਆਇਨ ਕਰਨ ਵਾਸਤੇ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਲਾਈਨਾਂ ਹਾਲੇ ਵੀ ਲੱਗੀਆਂ ਹੋਈਆਂ ਨੇ। ਸੋ ਕੋਈ ਐਸੀ ਉਸ ਗੱਲ ਦੀ ਨਹੀਂ ਹੈ ਕਿ ਇੱਕ ਵਰਗ ਚੇਂਜ ਹੋ ਗਿਆ। ਜਿਹੜੇ ਹਾਈਲੀ ਐਜੂਕੇਟਿਡ ਹੋ ਗਏ ਨੇ ਉਹ ਫਿਰ ਆਪਣੇ ਬੱਚਿਆਂ ਲਈ ਡਿਫਰੈਂਟ ਕਾਈਂਡ ਆਫ ਕਰੀਅਰਸ ਲੱਭ ਰਹੇ ਨੇ। ਇੱਕ ਸਮਾਂ ਸੀਗਾ ਕਿ ਸਿਰਫ ਡਾਕਟਰਸ ਤੇ ਇੰਜੀਨੀਅਰਸ ਦੀ ਗੱਲ ਸੀ, ਅੱਜ ਇੰਜੀਨੀਅਰਿੰਗ ਕਾਲਜ ਬੰਦ ਹੋ ਰਹੇ ਨੇ। ਸੋ ਟ੍ਰੈਂਡਸ ਚੇਂਜ ਹੋ ਰਹੇ ਨੇ। ਸੋ ਇਹ ਵੀ ਉਹ ਟ੍ਰੈਂਡ ਦਾ ਇੱਕ ਹਿੱਸਾ ਹੈਗਾ। ਤੇ ਮੈਂ ਤਾਂ ਮਹਿਸੂਸ ਕਰਦਾ ਸਾਡੇ ਕੋਲੇ ਇਜ਼ਰਾਈਲ ਵਰਗਾ ਮਾਡਲ ਹੋਣਾ ਚਾਹੀਦਾ ਵੀ 2 ਸਾਲ ਦੀ ਆਰਮੀ ਲਾਈਫ ਜਿਹੜੀ ਹੈ ਉਹ ਹਰੇਕ ਵਾਸਤੇ ਕੰਪਲਸਰੀ ਹੋਣੀ ਚਾਹੀਦੀ ਹੈ। ਬਿਲਕੁਲ। ਇਹ MBA ਕਨਸੈਪਟ ਹੈ ਜਾਂ ਜਿਹੜਾ ਬਿਜ਼ਨਸ ਮੈਨੇਜਮੈਂਟ ਦਾ ਕਨਸੈਪਟ ਆਇਆ ਹੈ, ਇਹ ਆਰਮੀ ਸਾਨੂੰ ਪਹਿਲਾਂ ਹੀ ਇਹ ਸਾਰੀਆਂ ਚੀਜ਼ਾਂ ਦਿੰਦੀ ਸੀਗੀ ਕਿ ਸਾਡਾ ਇੱਕ ਡਿਸਪਲਿਨ ਹੈ, ਸਾਡਾ ਇੱਕ ਸਮਾਂ ਹੈ, ਤੇ ਸਾਡਾ ਇੱਕ ਸਾਨੂੰ ਇੱਕ ਲਾਈਨ ਆਫ ਡਿਊਟੀ ਦਿੱਤੀ ਜਾਂਦੀ ਹੈ। ਜੇ ਅਸੀਂ ਥੋੜ੍ਹਾ ਜਿਹਾ ਇਸ ਗੱਲ 'ਤੇ ਤਵੱਜੋ ਦਈਏ ਤੇ ਅਸੀਂ ਫਿਜ਼ੀਕਲੀ ਵੀ ਫਿੱਟ ਹੋਵਾਂਗੇ, ਮੈਂਟਲੀ ਵੀ ਅਲਰਟ ਰਵਾਂਗੇ, ਤੇ ਸਾਡੇ ਜਿਹੜੇ ਦੇਸ਼ ਦੇ ਪ੍ਰਤੀ ਜਿਹੜੀ ਭਾਵਨਾ ਹੈ ਉਹ ਵੀ ਹਮੇਸ਼ਾ ਬਰਕਰਾਰ ਰਹੇਗੀ। ਹੁਣ ਆਪਾਂ ਚੱਲਦੇ ਹਾਂ ਦ ਸੇਵੀਅਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਜੀ ਦੀ ਡਾਕੂਮੈਂਟਰੀ ਵੱਲ। ਇਹ ਆਪ ਜੀ ਨੂੰ ਕਿੱਦਾਂ ਮਹਿਸੂਸ ਹੋਇਆ ਕਿ ਮੈਨੂੰ ਇਹ ਕਰਨੀ ਚਾਹੀਦੀ ਹੈ, ਜਾਂ ਇਸ ਤੋਂ ਪਹਿਲਾਂ ਵੀ ਕੋਈ ਡਾਕੂਮੈਂਟਰੀ ਤੁਸੀਂ ਕਰ ਚੁੱਕੇ ਹੋ? ਮੇਰੀ ਪਹਿਲੀ ਡਾਕੂਮੈਂਟਰੀ ਅਸੀਂ ਬਣਾਈ ਕੋਈ 5 ਸਾਲ ਹੋ ਗਏ ਨੇ। ਉਹ ਸੀਗੀ ਸੰਤ ਮਹਾਰਾਜ ਅਤਰ ਸਿੰਘ ਤੇ ਜੀ, ਗਿਆਨ ਜੋਤ ਕਰਕੇ ਸੀਗੀ। ਪ੍ਰੋਡਿਊਸਰ ਮੈਂ ਸੀਗਾ ਉਹਦਾ, ਤੇ ਡਾਇਰੈਕਸ਼ਨ ਉਹਦੇ ਵਿੱਚ ਹਰਜੀਤ ਜੀ ਦੀ ਸੀਗੀ। ਸੋ ਉਹ ਪਹਿਲਾ ਵਰਕ ਸੀਗਾ ਕਿ ਜਦੋਂ ਮੈਂ ਸੰਤ ਮਹਾਰਾਜ ਦੀ ਲਾਈਫ ਤੋਂ ਇੰਨਾ ਇੰਸਪਾਇਰ ਹੋਇਆ ਤੇ ਮੈਂ ਮਹਿਸੂਸ ਕੀਤਾ ਵੀ ਅਸੀਂ ਸੰਗਰੂਰ ਦੇ ਲੋਕ ਕਿਸੇ ਨੇ ਵੀ ਇਹ ਅਟੈਂਪਟ ਨਹੀਂ ਕੀਤਾ ਵੀ ਸੰਤ ਮਹਾਰਾਜ ਦੀ ਜ਼ਿੰਦਗੀ 'ਤੇ ਕੁਛ ਕੰਮ ਕਰਨ ਦੀ ਲੋੜ ਹੈ। ਉਹਨਾਂ ਦੀ ਐਜੂਕੇਸ਼ਨ ਦਾ ਦਾਨ, ਉਹਨਾਂ ਨੂੰ ਇੱਥੇ ਖਾਸ ਤੌਰ ਬੇਟੀਆਂ ਦੀ ਐਜੂਕੇਸ਼ਨ ਵਾਸਤੇ ਇਨਲਾਈਟਮੈਂਟ ਔਰ ਸਪਿਰਿਚੁਅਲ ਇਨਲਾਈਟਮੈਂਟ ਜਿਹੜੀ ਹੈ, ਜਿੰਨੀ ਕੁ ਮੇਰੇ ਖਿਆਲ ਉਹਨਾਂ ਦੀ ਕੰਟਰੀਬਿਊਸ਼ਨ ਹੈ ਆਪਣੇ ਮਾਲਵੇ ਇਲਾਕੇ ਨੂੰ, ਹੋਰ ਇੱਕ ਸਿੰਗਲ ਆਦਮੀ ਦੀ ਕਿਸੇ ਦੀ ਵੀ ਇੰਨੀ ਅਸੀਂ ਅੱਜ ਇੱਕ ਸਿੰਗਲ ਆਦਮੀ ਦੀ ਕੰਟਰੀਬਿਊਸ਼ਨ ਨਹੀਂ ਅਸੀਂ ਮੰਨ ਸਕਦੇ। ਸੋ ਉਹਨਾਂ ਦੀ ਜ਼ਿੰਦਗੀ 'ਤੇ ਜਦੋਂ ਮੈਂ ਬਣਾਇਆ, ਮੈਨੂੰ ਆਪ ਨੂੰ ਬਹੁਤ ਅੱਛਾ ਲੱਗਿਆ ਕਿ ਮੈਂ ਕੁਝ ਸੰਤ ਮਹਾਰਾਜ ਜੀ ਦੀ ਜ਼ਿੰਦਗੀ 'ਤੇ ਕੁਝ ਕਰ ਸਕਿਆ।
ਉਸ ਤੋਂ ਬਾਅਦ ਅਸੀਂ ਛੋਟੇ ਕਾਫੀ ਪ੍ਰੋਜੈਕਟਸ ਕਰਦੇ ਰਹੇ, ਬਟ ਕੋਈ ਐਸਾ ਕੋਈ ਵੱਡੇ ਸਕੇਲ ਤੇ ਨਹੀਂ ਕੋਈ ਕੀਤਾ। ਅਸੀਂ ਜਦੋਂ ਪੁੰਛ ਵਿਜ਼ਿਟ ਕੀਤਾ 3 ਸਾਲ ਪਹਿਲਾਂ, ਕਹਾਣੀ ਮੇਰੇ ਆਲਰੇਡੀ ਜ਼ਿਹਨ 'ਚ ਸੀਗੀ, ਕਿਉਂਕਿ ਮੈਂ ਕਾਫੀ ਕੁਝ ਬ੍ਰਿਗੇਡੀਅਰ ਸਾਹਿਬ ਬਾਰੇ ਸੁਣ ਚੁੱਕਿਆ ਸੀਗਾ, ਔਰ ਮੇਰੇ ਫਾਦਰ ਸਰਦਾਰ ਗੁਰਬਖਸ਼ ਸਿੰਘ ਸਬੀਆ ਹੋਣਾ ਦਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਹੋਣਾ ਦੇ ਨਾਲ ਬਹੁਤ ਨਿੱਘਾ ਚੰਗਾ ਤਾਲੁਕ ਸੀਗਾ, ਕਿਉਂਕਿ ਉਹ ਸਾਡੇ ਦੇਖ ਕਲਾਂ ਸੰਗਰੂਰ ਨੂੰ ਬਿਲੋਂਗ ਕਰਦੇ ਨੇ। ਉਹਨਾਂ ਦਾ ਜਿਹੜਾ 1900 ਤਕਰੀਬਨ 48 ਤੋਂ ਬਾਅਦ 1952 ਤੋਂ ਬਾਅਦ ਦਾ ਸਾਰੀ ਜ਼ਿੰਦਗੀ ਉਹਨਾਂ ਦੀ ਦੇਖ ਕਲਾਂ ਪਿੰਡ ਦੀ ਹੈ, ਸੰਗਰੂਰ ਦੀ। ਸੋ ਮੇਰੇ ਫਾਦਰ ਨਾਲ ਬਹੁਤ ਅੱਛਾ ਤਾਲੁਕ ਸੀਗਾ ਅਤੇ ਮੈਂ ਉਹਨਾਂ ਦੀ ਕਹਾਣੀਆਂ ਕਾਫੀ ਸੁਣੀਆਂ। ਅਤੇ ਜਦੋਂ ਅਸੀਂ ਪੁੰਛ ਗਏ ਉਦੋਂ ਇਹ ਅਹਿਸਾਸ ਕੀਤਾ ਕਿ ਉਹਨਾਂ ਦੀ ਜ਼ਿੰਦਗੀ 'ਤੇ ਤਾਂ ਬਹੁਤ ਵੱਡੇ ਕੰਮ ਕਰਨ ਦੀ ਲੋੜ ਹੈ। ਅੱਛਾ ਜੀ। ਅਤੇ ਇਹ ਕਹਾਣੀਆਂ ਉੱਥੋਂ ਸੁਣ ਕੇ ਪਤਾ ਲੱਗੀਆਂ ਆਪ ਜੀ ਨੂੰ? ਕੁਝ ਕਹਾਣੀਆਂ ਤਾਂ ਮੈਂ ਪੜ੍ਹੀਆਂ ਵੀ ਸੀਗੀਆਂ ਅਤੇ ਲੋਕਾਂ ਦੀਆਂ ਜ਼ੁਬਾਨੀ ਸੁਣੀਆਂ ਵੀ ਜ਼ਰੂਰ ਨੇ, ਐਕਸ ਆਰਮੀ ਵਾਲਿਆਂ ਤੋਂ। ਪਰ ਜਦੋਂ ਤੱਕ ਜਿਹੜੇ ਬੰਦੇ ਉਹਨਾਂ ਦੇ ਨਾਲ ਜਿਹੜਿਆਂ ਨੇ ਮੋਢੇ ਨਾਲ ਮੋਢਾ ਲਾ ਕੇ ਉਹ 1947 1948 ਦਾ ਸਮਾਂ ਦੇਖਿਆ, ਉਹਨਾਂ ਦੇ ਨਾਲ ਜਦੋਂ ਤੱਕ ਤੁਸੀਂ ਗੱਲ ਨਹੀਂ ਕਰਦੇ ਤਾਂ ਤੁਸੀਂ ਅਹਿਸਾਸ ਨਹੀਂ ਕਰ ਸਕਦੇ ਵੀ ਉਹਨਾਂ ਦੀ ਜ਼ਿੰਦਗੀ ਕਿਸ ਕਿਸਮ ਦੀ ਰਹੀ ਹੈ। ਔਰ ਖ਼ਾਸ ਤੌਰ ਜਦੋਂ ਮੈਂ ਉੱਥੇ ਕਈ 100 ਲੋਕਾਂ ਨੂੰ ਜਿਹੜੇ ਉਸ ਸਮੇਂ ਸ਼ਰਨਾਰਥੀ ਸੀਗੇ 47 'ਚ, ਜਦੋਂ 22 ਅਕਤੂਬਰ 1947 ਨੂੰ ਜਦੋਂ ਹੱਲੇ ਸ਼ੁਰੂ ਹੋਏ ਨੇ ਕਸ਼ਮੀਰ 'ਚ, ਜਿਹਨੂੰ ਅਸੀਂ ਵਾਰ ਆਫ ਕਸ਼ਮੀਰ ਵੀ ਕਹਿੰਦੇ ਹਾਂ, ਉਦੋਂ ਇਹ ਲੋਕ ਡੁਮੇਲ ਮੁਜ਼ੱਫਰਾਬਾਦ ਤੋਂ ਜਦੋਂ ਲੋਕਾਂ ਨੇ ਉੱਥੋਂ ਮੂਵ ਕੀਤਾ, ਕਾਫੀ ਲੋਕ ਸ੍ਰੀਨਗਰ ਵਾਲੇ ਪਾਸੇ ਸ਼ਿਫਟ ਕੀਤੇ ਰਿਫਿਊਜੀਜ਼, ਬਹੁਤ ਸਾਰੇ ਰਿਫਿਊਜੀਜ਼ ਸ਼ਿਫਟ ਕੀਤੇ ਪੁੰਛ ਵੱਲ। ਹਾਂ, ਸੋ ਇਹ ਕਈ ਇਲਾਕੇ ਨੇ ਉੱਥੇ, ਤੁਹਾਡਾ ਮੇਂਢਰ ਹੈ, ਹਵੇਲੀ ਹੈ, ਮੁਜ਼ੱਫਰਾਬਾਦ ਹੈ, ਇਹ ਸਾਰੇ ਏਰੀਆ 'ਚੋਂ ਰਾਵਲਾਕੋਟ ਹੈ, ਇੱਥੋਂ ਸਾਰੇ ਜਿਹੜੇ ਕੰਸੋਲੀਡੇਟ ਹੋ ਕੇ 45,000 ਰਿਫਿਊਜੀ ਸ਼ਰਨਾਰਥੀ ਉਹਨਾਂ ਨੇ ਆ ਕੇ ਪੁੰਛ ਵਿੱਚ ਆ ਕੇ ਉਹਨਾਂ ਨੇ ਆਪ ਦਾ ਇੱਕ ਬੇਸ ਬਣਾਇਆ, ਰਿਫਿਊਜੀ ਕੈਂਪ ਲਗਾ ਲਓ ਤੁਸੀਂ ਉਹਨੂੰ। ਅਤੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਜ਼ਿੰਮੇਵਾਰੀ ਹੋਈ ਕਿ ਜਦੋਂ ਉਹ ਉਹਨਾਂ ਨੇ ਵਨ ਪੈਰਾ ਕਮਾਊਂ ਦੀ ਜ਼ਿੰਮੇਵਾਰੀ ਸੰਭਾਲੀ, ਅਤੇ ਜਿਹੜੀ ਟਰਨਿੰਗ ਪੁਆਇੰਟ ਆਫ ਕਸ਼ਮੀਰ ਦੀ ਪਹਿਲੀ ਲੜਾਈ ਜਿਹੜੀ ਹੈ ਉਹਦੇ ਵਿੱਚ ਇਹਨਾਂ ਦਾ ਅਹਿਮ ਭੂਮਿਕਾ ਇਹਨਾਂ ਨੇ ਨਿਭਾਈ। ਉਹਦੇ ਵਿੱਚ ਬੈਟਲ ਆਫ ਸ਼ੈਲਟਨ ਕਹਿੰਦੇ ਅਸੀਂ ਉਹਨੂੰ। ਉਸ 7 ਨਵੰਬਰ 1947 ਨੂੰ ਲੜੇਗੀ ਐਟ ਬੈਟਲ ਗਰਾਊਂਡ ਆਫ ਸ਼ੈਲਟੋਂਗ। ਹਾਂ, ਇਹ ਬਿਲਕੁਲ ਬਦਗਾਮ 에ਅਰਪੋਰਟ ਹੈਗਾ, ਬਦਗਾਮ 에ਅਰਪੋਰਟ ਤੋਂ ਨਾਲ ਹੀ ਸ਼ੈਲਟੋਂਗ ਹੈਗਾ, ਅਤੇ ਉੱਥੇ ਇਹ ਸਾਰਾ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਅਤੇ ਉੱਥੇ ਇਹਨਾਂ ਨੇ ਆਪਣੀ ਆ ਕੇ ਫੋਰਟੀਫਿਕੇਸ਼ਨ ਕੀਤੀ, ਇਹਨਾਂ ਨੇ ਆਪਣੀ ਰੈਜੀਮੈਂਟ ਦੇ ਨਾਲ, ਅਤੇ ਲਸ਼ਕਰ ਅਤੇ ਜਿਹੜੀ ਪਾਕਿਸਤਾਨੀ ਆਰਮੀ ਰੈਗੂਲਰ ਨੂੰ ਪਹਿਲੀ ਜਿਹੜੀ ਸ਼ਿਕਸਤ ਦਿੱਤੀ ਹੈ ਇਹਨਾਂ ਨੇ, ਉਹ ਸਭ ਤੋਂ ਮੇਜਰ ਪਾਰਟ ਜਿਹੜਾ ਹੈ ਲੜਾਈ ਦਾ, ਕਸ਼ਮੀਰ ਦੀ ਲੜਾਈ ਦਾ, ਉਹ ਉਸ ਬੈਟਲ 'ਚ ਲੜਿਆ ਗਿਆ। ਹਾਂ, ਸੋ ਕਈ ਹਜ਼ਾਰ ਉਹਦੇ ਵਿੱਚ ਕਬਾਲੀਆਂ ਦੀ ਉਹਦੇ ਵਿੱਚ ਮੌਤ ਹੋਈ। ਅਤੇ ਇਨਫੈਕਟ 에ਅਰਫੋਰਸ ਦਾ ਬੜਾ ਵੱਡਾ ਰੋਲ ਰਿਹਾ ਕਿ ਜਦੋਂ ਇਹ ਟਰੂਪਸ ਵਾਪਸ ਜਾ ਰਹੇ ਸੀਗੇ ਉਹਨਾਂ ਦੇ ਪਾਕਿਸਤਾਨੀ ਆਰਮੀ ਦੇ, ਅਤੇ ਉਹਨਾਂ ਦੀਆਂ ਹਜ਼ਾਰਾਂ ਬੱਸਾਂ ਅਤੇ ਟਰੱਕ ਅਤੇ ਲੋਕਾਂ ਨੂੰ ਫਿਰ ਉਹ ਹਵਾਈ ਰੇਡਸ ਨੇ ਉਹਨਾਂ 'ਤੇ ਬਹੁਤ ਫਿਰ ਮੈਸਿਵ 에ਅਰ ਸਟ੍ਰਾਈਕਸ ਕੀਤੀਆਂ ਅਤੇ ਉਹਨਾਂ ਨੂੰ ਬਹੁਤ ਡੈਸੀਮੇਟ ਕੀਤਾ ਉੱਥੇ, ਤਾਂ ਜਾ ਕੇ JNK ਅੱਜ ਹਿੰਦੁਸਤਾਨ ਦਾ ਹਿੱਸਾ ਹੈ। ਸੋ ਬਹੁਤ ਵੱਡਾ ਉਹਨਾਂ ਦਾ ਰੋਲ ਰਿਹਾ ਇਹ ਸਾਰੀ ਚੀਜ਼ਾਂ ਦੇ ਵਿੱਚ। ਜਿਹਨੇ ਜੋ ਡਾਕੂਮੈਂਟਰੀ ਬਣਾਈ ਹੈ, ਕੀ ਇਹ 47 ਤੋਂ ਸ਼ੁਰੂ ਹੁੰਦੀ ਹੈ ਜਾਂ ਉਸ ਤੋਂ ਪਹਿਲਾਂ ਦੀ ਵੀ ਜੋ ਉਹਨਾਂ ਦੀ ਜ਼ਿੰਦਗੀ ਉਸ ਦੇ ਵਿੱਚ ਕੁਝ ਫੀਚਰ ਕੀਤਾ ਗਿਆ ਹੈ? ਇਸ ਤਰ੍ਹਾਂ ਹੈ ਕਿ ਜਿਹੜਾ ਮੇਨ ਪਾਰਟ ਹੈ ਡਾਕੂਮੈਂਟਰੀ ਦਾ, ਇਹਦੇ 2 ਹਿੱਸੇ ਨੇ ਜੀ। ਇੱਕ ਤਾਂ ਹਿੱਸਾ ਹੈ 1942 ਦਾ, ਜਦੋਂ ਇਹ 419 ਹੈਦਰਾਬਾਦ ਰੈਜੀਮੈਂਟ ਦੇ ਨਾਲ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਅਤੇ ਇਹ ਉਸ ਸਮੇਂ ਸਿੰਗਾਪੁਰ ਇਹਨਾਂ ਨੂੰ ਭੇਜਿਆ ਜਾਂਦਾ ਹੈ ਐਜ਼ ਪਾਰਟ ਆਫ ਦੀ ਆਪਰੇਸ਼ਨਸ ਇਨ ਸੈਕੰਡ ਵਰਲਡ ਵਾਰ। ਅਤੇ ਉੱਥੇ ਇਹ ਹਵਾਈ ਰੇਡ 'ਚ ਜ਼ਖਮੀ ਹੋ ਜਾਂਦੇ ਨੇ। ਜ਼ਖਮੀ ਤੋਂ ਬਾਅਦ ਇਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਉੱਥੇ ਜਾਪਾਨੀ, ਉਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਇਹਨਾਂ ਨੂੰ ਨੀਸੂਨ ਜੇਲ੍ਹ 'ਚ ਰੱਖਿਆ ਜਾਂਦਾ ਹੈ। ਅੱਛਾ। ਸੋ ਬਹੁਤ ਇਹਨਾਂ ਦੀ ਬਾਕਮਾਲ ਹੈ ਉਸ ਕਿਸਮ ਦਾ ਹਿੱਸਾ ਜੋ ਹੈ ਕਿ ਇਹ 3 ਅਫਸਰ ਜਿਹੜੇ ਨੇ, ਕੈਪਟਨ ਗੰਗਾ ਰਾਮ ਪਰਬ, ਕੈਪਟਨ ਬਲਬੀਰ ਸਿੰਘ ਅਤੇ ਕੈਪਟਨ ਪ੍ਰੀਤਮ ਸਿੰਘ, ਇਹ ਨੀਸੂਨ ਕੈਂਪ 'ਚੋਂ ਆਪ ਦਾ ਜਾਲੀ ਦਸਤਾਵੇਜ਼ ਬਣਾ ਕੇ ਅਤੇ ਇਹ ਉੱਥੋਂ ਕਟਿਆਲ ਤਾਰ ਨੂੰ ਕੱਟ ਕੇ ਅਤੇ ਇਹ ਆਪ ਦਾ ਇੱਕ ਨਵਾਂ ਜਿਹੜੀ ਐਸਕੇਪ ਦਾ ਹੈ, ਇਹ ਉੱਥੋਂ ਸ਼ੁਰੂਆਤ ਕਰਦੇ ਨੇ।
ਇਹ ਤਕਰੀਬਨ April ਦਾ ਮਹੀਨਾ ਹੈ ਤੇ ਇਹ 6 ਮਹੀਨੇ ਇਹਨਾਂ ਨੂੰ ਲੱਗ ਜਾਂਦੇ ਨੇ ਜਦੋਂ ਤੱਕ ਇਹ ਜਾ ਕੇ ਬਰਮਾ ਕ੍ਰਾਸ ਕਰਕੇ ਤੇ ਇੰਡੀਅਨ ਬਾਰਡਰ ਨੂੰ ਆ ਕੇ ਟੱਚ ਕਰਦੇ ਨੇ। ਸੋ ਤੁਸੀਂ ਇਹ ਦੇਖੋ ਵੀ 3,500 ਕਿਲੋਮੀਟਰ ਦਾ ਸਫ਼ਰ ਔਰ ਜ਼ਿਆਦਾਤਰ ਪੈਦਲ, ਬਾਈ ਰੋਡ ਪੈਦਲ ਜੀ। ਔਰ ਕਿਤੇ ਕਿਤੇ ਕੋਈ ਟ੍ਰੇਨ ਦਾ ਸਫ਼ਰ ਹੈ ਜਿੱਥੇ ਕੋਈ ਪੋਸੀਬਲ ਸੀਗੀ, ਕਿਤੇ ਕੁਝ ਆਰਮੀ ਮੂਵਮੈਂਟ ਸੀਗੀ ਤੇ ਉਹ ਬੱਸਾਂ ਦੇ ਨਾਲ ਟਰੱਕਾਂ ਨਾਲ ਕੁਝ ਮੂਵ ਕੀਤੀ ਹੈ। ਬਟ ਖਾਸ ਤੌਰ ਤੁਸੀਂ ਦੇਖੋ ਬਰਮਾ ਤੋਂ ਲੈ ਕੇ ਜਦੋਂ ਤੱਕ ਇਹ ਮਨੀਪਾਲ ਪਹੁੰਚਦੇ ਨੇ 6 ਮਹੀਨੇ ਦਾ ਸਮਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਅਸੀਂ ਇੱਕ ਦਿਨ ਨਹੀਂ ਕਿਤੇ ਰਾਤ ਨੂੰ ਬਾਹਰ ਕੱਢ ਸਕਦੇ। ਬਿਲਕੁਲ ਜੀ, ਬਿਲਕੁਲ। ਸੋ 6 ਮਹੀਨੇ ਦਾ ਬਹੁਤ ਵੱਡਾ ਇੱਕ ਸਫ਼ਰ ਹੈ। ਔਰ ਉਸ ਤੋਂ ਪਹਿਲਾਂ ਜਦੋਂ ਇੱਕ ਬੰਦਾ ਬੰਦੀ ਗ੍ਰਹਿ 'ਚ ਹੈ, ਮਤਲਬ ਉਸ ਤੋਂ ਬਾਅਦ ਨਿਕਲਣਾ ਹੈ, ਉਸ ਤੋਂ ਬਾਅਦ ਨਿਕਲ ਕੇ ਤੇ ਅਗਲੇ ਦਾ ਮਨੋਬਲ ਪਹਿਲਾਂ ਟੁੱਟਿਆ ਹੁੰਦਾ ਹੈ। ਬਿਲਕੁਲ। ਤੇ ਅੰਦਰ ਇੰਨੇ ਮਾੜੇ ਹਾਲਾਤ ਕਿ ਰੋਜ਼ਾਨਾ ਕਈ ਟੌਰਚਰ ਵੀ ਕਰਦੇ ਨੇ, ਹਨਾ, ਟੌਰਚਰ ਹੈ, ਖਾਣਾ ਨਹੀਂ ਸੀ, ਬਿਮਾਰੀ ਬੜੀ ਸੀਗੀ। ਸੋ ਹਾਲਾਤਾਂ 'ਚ ਉਹਨਾਂ ਨੇ ਇਹ ਆਪਣੇ ਆਪ ਨੂੰ ਤੈਅ ਕੀਤਾ ਵੀ ਮਰਨ ਨਾਲੋਂ ਚੰਗਾ ਹੈ ਵੀ ਅਸੀਂ ਆਪਣੀ ਇੱਕ ਵਾਰ ਕੋਸ਼ਿਸ਼ ਜ਼ਰੂਰ ਕਰੀਏ ਜੇ ਸਾਨੂੰ ਫਰੀडम ਮਿਲ ਸਕਦੀ ਹੈ। ਸੋ ਇੱਕ ਉਹਨਾਂ ਦਾ, ਔਰ ਇਹ ਸਭ ਤੋਂ ਵਨ ਆਫ ਦ ਗ੍ਰੇਟੈਸਟ escapes ਆਫ ਦ ਵਰਲਡ ਹੈ, ਬਚ ਕੇ ਆਉਣਾ। ਤੇ ਉਹਦੇ ਲਈ ਫਿਰ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਮਿਲਟਰੀ ਕ੍ਰਾਸ 3 ਜਣਿਆਂ ਨੂੰ ਦੇ ਕੇ ਨਵਾਜ਼ਿਆ। ਉਹ ਸੈਕੰਡ ਹਾਈਐਸਟ ਮਿਲਟਰੀ ਬਰੇਵਰੀ ਅਵਾਰਡ ਹੈਗਾ। ਸੋ ਆਪਣੇ ਆਪ 'ਚ ਵੀ ਬੜਾ ਅਹਿਮੀਅਤ ਰੱਖਦਾ ਹੈ। ਤੇ ਸੋ ਉਹ ਜਦੋਂ ਇੱਥੇ ਫਿਰ ਵਾਪਸ ਆਉਂਦੇ ਨੇ, ਫਿਰ ਅਗਲਾ ਉਹਨਾਂ ਦਾ ਸਫ਼ਰ ਹੈ ਉਹ ਕਸ਼ਮੀਰ ਦਾ ਹੈ। ਉਹ 47 ਤੋਂ ਸ਼ੁਰੂ ਹੁੰਦਾ ਹੈ। ਉਹ ਵੀ ਅਸੀਂ ਸਾਰਾ ਡਾਕੂਮੈਂਟਰੀ 'ਚ ਬਹੁਤ ਵਿਸਤਾਰ 'ਚ ਅਸੀਂ ਬਕਾਇਦਾ ਸਾਰੇ ਮੈਪਸ ਲਗਾ ਕੇ ਡੇਟਸ ਦੇ ਨਾਲ ਹਰੇਕ ਚੀਜ਼ ਪੋਲੀਟੀਕਲ ਮੂਵਮੈਂਟ ਦੇ ਨਾਲ ਇਹਨੂੰ ਜੋੜ ਕੇ ਵੀ ਕੀ ਹਾਲਾਤ ਸੀਗੇ। ਬਿਕੋਜ਼ ਮਿਲਟਰੀ ਦਾ ਆਪਣਾ ਰੋਲ ਸੀਗਾ, ਸ਼ੇਖ ਅਬਦੁੱਲਾ ਦਾ ਆਪਣਾ ਰੋਲ ਸੀਗਾ। ਔਰ ਉੱਥੇ ਤੁਸੀਂ ਦੇਖੋ ਵੀ ਆਰਮੀ ਦਾ ਪਹਿਲਾ ਆਪਰੇਸ਼ਨ ਸੀਗਾ 1947, 15 ਅਗਸਤ ਨੂੰ ਅਸੀਂ ਆਜ਼ਾਦ ਹੁੰਨੇ ਹਾਂ। ਬਿਲਕੁਲ ਜੀ। ਸੋ ਕਸ਼ਮੀਰ 'ਚ ਕੋਈ ਲੌਜਿਸਟਿਕਸ ਨਹੀਂ ਸੀਗੇ। ਆਰਮੀ ਕਿੱਥੇ ਜਾਏਗੀ, ਕਿੱਥੇ ਕਿੱਥੇ ਪਲੇਸਮੈਂਟ ਹੋਏਗਾ, ਕੀ ਚੀਜ਼ਾਂ ਦੀ ਜ਼ਰੂਰਤ ਪਏਗੀ। ਲੈਂਗੁਏਜ ਦੀ ਬੜੀ ਵੱਡੀ ਪ੍ਰੋਬਲਮ ਸੀਗੀ, ਟਰਾਂਸਪੋਰਟ ਦੀ ਬੜੀ ਵੱਡੀ ਪ੍ਰੋਬਲਮ ਸੀਗੀ। ਜਿਹੜਾ ਉੱਥੇ ਮਹਾਰਾਜ ਸੀਗੇ, ਮਹਾਰਾਜ ਕਸ਼ਮੀਰ ਮਹਾਰਾਜ ਹਰੀ ਸਿੰਘ, ਉਹ ਆਲਰੇਡੀ ਤਕਰੀਬਨ ਟੁੱਟ ਚੁੱਕੇ ਸੀਗੇ। ਉਹਨਾਂ ਕੋਲੇ ਫੌਜ ਜਾਂ ਇਸ ਕਿਸਮ ਦੀ ਹਥਿਆਰ ਜਾਂ ਇਸ ਕਿਸਮ ਦਾ ਇੰਤਜ਼ਾਮ ਹੈ ਨਹੀਂ ਸੀਗਾ। ਸੋ ਫੌਜ ਆਪਣੇ ਆਪ ਇੰਡੀਪੈਂਡੈਂਟ ਸੀਗੀ। ਸੋ ਉਹਨਾਂ ਨੂੰ ਆਪਦੇ ਬਹੁਤ ਇੰਡੀਪੈਂਡੈਂਟ ਫੈਸਲੇ ਲੈਣ ਦੀ ਲੋੜ ਪਈ। ਸੋ ਇੱਥੇ ਆ ਕੇ ਇਹਨਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਔਰ ਇਸ ਕਰਕੇ ਅੱਜ ਜੇ ਕਸ਼ਮੀਰ ਹਿੰਦੁਸਤਾਨ ਦਾ ਹਿੱਸਾ ਹੈ ਤੇ ਮੈਂ ਸੋਚਦਾ ਕਿ ਇਹ ਉਹਦੇ ਵਿੱਚ ਇੱਕ ਬ੍ਰਿਗੇਡੀਅਰ ਸਾਹਿਬ ਦਾ ਬਹੁਤ ਵੱਡਾ ਰੋਲ ਹੈ ਜਿਹੜਾ ਸਾਨੂੰ ਅੱਜ ਬਿਲਕੁਲ ਨਹੀਂ ਭੁੱਲਣਾ ਚਾਹੀਦਾ। ਇਸ ਡਾਕੂਮੈਂਟਰੀ ਤੋਂ ਬਾਅਦ ਅਗਲੇ ਤੁਹਾਡੇ ਕੀ ਪਲਾਨਸ ਨੇ? ਡਾਕੂਮੈਂਟਰੀਜ਼ ਜੋ ਹੋਊਗੀ ਕੋਈ ਬਣਾਈ ਜਾਊਗੀ ਜਾਂ ਜਿੱਦਾਂ ਪਹਿਲਾਂ ਹੈਰੀਟੇਜ ਦੇ ਮੇਲੇ ਲੱਗਦੇ ਸੀ ਉੱਦਾਂ ਹੀ ਲੱਗਦੇ ਰਹਿਣਗੇ? ਡਾਕੂਮੈਂਟਰੀ ਆਲਰੇਡੀ ਅਸੀਂ 2021 'ਚ ਸਟਾਰਟ ਕੀਤੀ ਹੈ। ਮੈਂ ਇਨਫੈਕਟ ਮੇਰੇ ਫਾਦਰ 'ਤੇ ਬੇਸਡ ਹੈ। ਉਹਦਾ ਨਾਂ ਹੈਗਾ ਦ ਵਿਜ਼ਨਰੀ ਜੀ, ਗੁਰਬਖਸ਼ ਸਿੰਘ ਸਿੱਬੀਆ। ਸੋ ਉਹਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ, ਐਡੀਟਿੰਗ ਕਾਫੀ ਹੱਦ ਤੱਕ ਹੋ ਗਈ ਹੈ। ਉਹਦੇ ਮਿਊਜ਼ਿਕ ਤੇ ਕੁਝ ਚੀਜ਼ਾਂ ਹੋਰ ਹੋ ਰਹੀਆਂ ਨੇ। ਇਹ ਮੇਰਾ ਫਾਦਰ ਦਾ 100th ਬਰਥ ਐਨੀਵਰਸਰੀ ਹੈਗੀ ਹੈ ਜੀ। ਸੋ ਮੈਂ ਇਹ ਸਾਲ ਉਹਨਾਂ ਨੂੰ ਟੋਟਲੀ ਡੈਡੀਕੇਟ ਕੀਤਾ ਹੈ, ਉਹਨਾਂ ਦੀ ਜ਼ਿੰਦਗੀ ਨੂੰ, ਉਹਨਾਂ ਦੀ ਸੋਚ ਨੂੰ, ਉਹਨਾਂ ਦੀ ਕੰਟਰੀਬਿਊਸ਼ਨ ਨੂੰ, ਔਰ ਕਿਸ ਕਿਸਮ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਹੰਡਾਈ। ਸੋ ਬੜੀ ਮੋਟੀਵੇਸ਼ਨਲ ਕਹਾਣੀ ਹੈ। ਔਰ ਉਹਨਾਂ ਨੇ ਖਾਸ ਤੌਰ ਐਜੂਕੇਸ਼ਨ ਦੀ ਫੀਲਡ 'ਚ ਬੜਾ ਵੱਡਾ ਕੰਮ ਕੀਤਾ ਹੈ। ਸੋ ਹਜ਼ਾਰਾਂ ਬੱਚੇ, ਬੇਟੀਆਂ, ਬੇਟੇ ਉਹਨਾਂ ਦੀ ਇੰਸਟੀਟਿਊਸ਼ਨਸ 'ਚੋਂ ਪੜ੍ਹ ਕੇ ਅੱਜ ਬਹੁਤ ਅੱਛੇ ਨੌਕਰੀਆਂ ਤੇ ਬਹੁਤ ਅੱਛੇ ਅਹੁਦਿਆਂ 'ਤੇ ਲੱਗੇ ਹੋਏ ਨੇ। ਸੋ ਮੈਂ ਮਹਿਸੂਸ ਕੀਤਾ ਵੀ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਦੱਸਣ ਦੀ ਲੋੜ ਹੈ। ਬਿਲਕੁਲ। ਤੇ ਸੋ ਉਹ ਤਕਰੀਬਨ 1 ਘੰਟੇ ਦੀ ਡਾਕੂਮੈਂਟਰੀ ਹੈ। ਉਹ ਤਕਰੀਬਨ ਤਿਆਰ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 11 ਅਕਤੂਬਰ 1921 ਤੋਂ ਪਹਿਲਾਂ ਉਹਨੂੰ ਅਸੀਂ ਰਿਲੀਜ਼ ਵੀ ਕਰਾਂਗੇ। ਤੇ ਹੈਰੀਟੇਜ ਦਾ ਆਨਗੋਇੰਗ ਹੈਗਾ ਕਿ ਜਦੋਂ ਅਸੀਂ ਹੈਰੀਟੇਜ ਫੈਸਟੀਵਲਸ ਕੀਤੇ ਤੇ ਅਸੀਂ ਇਹ ਰਿਅਲਾਈਜ਼ ਕੀਤਾ ਵੀ ਇਕੱਲੇ ਆਪਣੀ ਸ਼ਹਿਰ ਨੂੰ ਦਰਸਾਉਣ ਨਾਲ ਜਾਂ ਫੈਸਟੀਵਲਸ ਨਾਲ ਜਾਂ ਲਿਟਰੇਚਰ ਫੈਸਟੀਵਲਸ ਤੱਕ ਸੀਮਤ ਰੱਖਾਂਗੇ ਤੇ ਉਨਾ ਜ਼ਿਆਦਾ ਪ੍ਰਭਾਵ ਨਹੀਂ ਪਏਗਾ। ਇਸ ਕਰਕੇ ਅਸੀਂ ਟੂਰਿਜ਼ਮ ਨੂੰ ਨਾਲ ਜੋੜਿਆ। ਸੋ ਅਸੀਂ ਟੂਰਿਜ਼ਮ ਪ੍ਰਮੋਸ਼ਨ 'ਤੇ ਬੜੇ ਪ੍ਰੋਗਰਾਮਸ ਕਰਦੇ ਹਾਂ। ਅਸੀਂ ਬਸੰਤ ਦਾ ਪ੍ਰੋਗਰਾਮ ਕੀਤਾ ਔਨ ਸਪੈਸ਼ਲੀ ਔਨ ਟੂਰਿਜ਼ਮ। ਅਸੀਂ ਹੁਣ ਸਾਰੀਆਂ ਜਿਹੜੀਆਂ ਸਾਡੀਆਂ ਹਿਸਟੋਰੀਕਲ ਸਾਈਟਸ ਨੇ, ਅਸੀਂ ਇੱਕ ਸਾਈਟ ਨੂੰ ਲੈ ਕੇ ਬਕਾਇਦਾ ਉਸ 'ਤੇ ਪ੍ਰੋਪਰ ਡਾਕੂਮੈਂਟ ਕਰਕੇ ਉਹਨੂੰ ਲੋਕਾਂ ਤੱਕ ਪਹੁੰਚਾਉਂਦੇ ਹਾਂ। ਸੋ ਬੜੀ ਅੱਛੀ ਅਵੇਅਰਨੈਸ ਹੈ। ਇਨਫੈਕਟ
ਕੱਲ ਅਸੀਂ ਇੱਕ ਪ੍ਰੋਗਰਾਮ ਰੱਖਿਆ ਹੋਇਆ ਹੈ ਸੰਗਰੂਰ ਹੈਰੀਟੇਜ ਲਿਟਰੇਰੀ ਸੁਸਾਇਟੀ ਵੱਲੋਂ, ਵਾਕਿੰਗ ਵਿਦ ਨਾਨਕ। ਵਾਕਿੰਗ ਵਿਦ ਨਾਨਕ ਉਹ ਇੱਕ ਕਿਤਾਬ ਹੈ ਹਰੂਨ ਖਾਲਿਦ ਦੀ, ਔਰ ਬੜੀ ਖੂਬਸੂਰਤ ਕਿਤਾਬ ਹੈ। ਕੱਲ ਅਸੀਂ ਸ਼ਾਮ ਦਾ 7:30 ਵਜੇ ਦਾ ਸਾਡਾ ਉਹਨਾਂ ਨਾਲ ਜ਼ੂਮ ਤੇ ਸਾਡਾ ਵੈਬਿਨਾਰ ਹੈਗਾ। ਸੋ ਇਹ ਆਨਗੋਇੰਗ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਮਹੀਨੇ 'ਚ ਇੱਕ ਵੈਬਿਨਾਰ ਕਰਿਆ ਕਰਾਂਗੇ। ਅਗਲਾ ਵੈਬਿਨਾਰ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਤੇ ਹੈ, ਉਸ ਤੋਂ ਅਗਲਾ ਜਿਹੜਾ ਹੈ ਉਹ ਮਹਾਰਾਣੀ ਜਿੰਦਾਂ ਤੇ ਹੈ। ਸੋ ਇਸ ਤਰ੍ਹਾਂ ਕਰਕੇ ਅਸੀਂ ਇਤਿਹਾਸ ਦੇ ਨਾਲ ਕੁਛ ਨਾ ਕੁਛ ਜ਼ਰੂਰ ਤੁਹਾਨੂੰ ਲੈ ਕੇ ਆਉਂਦੇ ਰਵਾਂਗੇ। ਔਰ ਅਗਲੇ ਸਾਲ ਜੋ ਹੈ 2022 ਮੈਂ ਸੋਚਦਾ ਕਿ ਅਸੀਂ ਕਿਉਂਕਿ ਮੈਂ ਰੰਗਸ਼ਾਲਾ ਨਾਲ ਬੜਾ ਐਸੋਸੀਏਟਡ ਹੈਗਾ, ਰੰਗਸ਼ਾਲਾ ਯਸ਼ ਜੀ ਨਾ ਕਮਾਲ ਦਾ ਕੰਮ ਕਰ ਰਹੇ ਨੇ, ਅਤੇ ਮੈਂ ਉਹਨਾਂ ਨਾਲ ਕਾਫੀ ਡਿਟੇਲ 'ਚ ਗੱਲ ਕੀਤੀ, ਕਿਉਂਕਿ ਮੈਨੂੰ ਕੁਛ ਪਿਛਲੇ ਸਮੇਂ ਤੋਂ ਮਰਾਠੀ ਥੀਏਟਰ ਅਤੇ ਮਰਾਠੀ ਫਿਲਮਾਂ ਦੇਖਣ ਦਾ ਕੁਛ ਮੈਨੂੰ ਮੌਕਾ ਮਿਲਿਆ, ਅਤੇ ਉਹ ਮੈਂ ਉਹਨਾਂ ਦੀ ਅਮੀਰੀ ਦੇਖੀ ਕਿ ਉਹਨਾਂ ਦਾ ਥੀਏਟਰ ਕਿੰਨਾ ਅਮੀਰ ਹੈ। ਸੋ ਅਸੀਂ ਕੁਛ ਥੀਏਟਰ ਬੇਸਡ ਕੁਛ ਡਾਕੂਮੈਂਟਰੀ ਵੀ ਕਰਨ ਦਾ ਕੁਛ ਕੋਸ਼ਿਸ਼ ਕਰਾਂਗੇ, ਔਰ ਉਹਦਾ ਨਾਂ ਵੀ ਰੰਗਸ਼ਾਲਾ ਹੀ ਰੱਖਾਂਗੇ ਅਸੀਂ, ਬਿਕੋਜ਼ ਉਸ ਔਰ ਸੰਗਰੂਰ ਦੇ ਨਾਲ ਉਹਦਾ ਤਾਲੁਕ ਹੋਏਗਾ। ਸਾਰੇ ਐਕਟਰਸ ਜਿਹੜੇ ਨੇ ਉਹ ਸਾਡੇ ਆਪਣੇ ਬੱਚੇ ਹੋਣਗੇ ਉਹਦੇ ਵਿੱਚ, ਜਿਹਨੇ ਥੀਏਟਰ 'ਚ ਕੰਮ ਕਰ ਰਹੇ, ਥੀਏਟਰ 'ਚ ਬੱਚੇ ਕੰਮ ਕਰ ਰਹੇ ਨੇ, ਉਹਨਾਂ ਨੂੰ ਇੱਕ ਪਲੇਟਫਾਰਮ ਮਿਲੇਗਾ। ਸੋ ਅਸੀਂ ਬਹੁਤ ਅੱਛੀ ਕੋਈ ਕਹਾਣੀ ਵੀਵ ਕਰਕੇ ਉਹਨੂੰ ਕੁਝ ਕ੍ਰੀਏਟ ਕਰਾਂਗੇ। ਫਿਲਮਾਂਕਨ ਸੋਚ ਰਹੇ ਹੋ ਜਾਂ ਥੀਏਟਰ? ਡਾਕੂਮੈਂਟਰੀਜ਼ ਹੀ ਹੋਣਗੀਆਂ, ਬਟ ਉਹ ਡਾਕੂਮੈਂਟਰੀਜ਼ ਅਸੀਂ ਬੇਸਿਕਲੀ ਥੀਏਟਰ ਬੇਸ ਕਰਾਂਗੇ, ਥੀਏਟਰ ਬੇਸ, ਔਰ ਹੋਣਗੀਆਂ ਵੀ ਬੱਚੇ ਨਾਲ ਸਟੋਰੀਜ਼ ਰਿਲੇਟਡ, ਜਿੱਥੇ ਅਸੀਂ ਬਹੁਤ ਚੰਗੇ ਰਾਈਟਰਸ ਦੇ ਪਲੇਜ਼ ਜਿਹੜੇ ਨੇ, ਨਾਵਲਸ ਨੇ, ਉਹਨਾਂ ਨੂੰ ਅਸੀਂ ਉਹਦੇ ਵਿੱਚ ਇਨੈਕਟ ਕਰਕੇ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਇੱਕ ਬਹੁਤ ਖੂਬਸੂਰਤ ਪਲੇਟਫਾਰਮ ਦਈਏ ਅਸੀਂ। ਸੋ ਹੋਪਫੁਲੀ ਇਟ ਵਿਲ ਹੈਲਪ ਦ ਨੈਕਸਟ ਜਨਰੇਸ਼ਨ, ਕਿਉਂਕਿ ਬੱਚਿਆਂ 'ਤੇ ਬਹੁਤ ਘੱਟ ਕੁਛ ਕੰਮ ਕੀਤਾ ਜਾ ਰਿਹਾ। ਤੁਸੀਂ ਬੱਚਿਆਂ 'ਤੇ ਕਿਤਾਬਾਂ ਦੇਖ ਲਓ, ਤੁਸੀਂ ਬੱਚਿਆਂ ਦੀਆਂ ਕੁਆਲਿਟੀ ਪਿਕਚਰਸ ਦੇਖ ਲਓ, ਤੁਸੀਂ ਮੂਵੀਜ਼ ਜਿਹੜੀਆਂ ਨੇ ਉਹ ਹੈ ਨਹੀਂ, ਅਤੇ ਕੁਆਲਿਟੀ ਡਾਕੂਮੈਂਟਰੀਜ਼ ਤਾਂ ਹੈ ਹੀ ਨਹੀਂ ਬਿਲਕੁਲ ਵੀ। ਸੋ ਆਈ ਥਿੰਕ ਕੁਛ ਵੱਖਰਾ ਕਰਨ ਦੀ ਲੋੜ ਹੈ, ਔਰ ਸਾਡੇ ਬੱਚਿਆਂ ਕੋਲ ਇੰਨਾ ਕਮਾਲ ਦਾ ਟੈਲੈਂਟ ਹੈ ਕਿ ਜੇ ਅਸੀਂ ਸਾਹਮਣੇ ਲੈ ਕੇ ਆਵਾਂਗੇ ਤਾਂ ਬਹੁਤ ਵੱਡੀ ਇਨਕਰੇਜਮੈਂਟ ਆਏਗੀ ਲੋਕਾਂ ਨੂੰ। ਸੋ ਇਹ ਨੈਕਸਟ ਹੋਪਫੁਲੀ ਨੈਕਸਟ ਪ੍ਰੋਜੈਕਟ ਹੈ 2022 ਦਾ। ਤੁਸੀਂ ਗੱਲ ਕੀਤੀ ਹੈ ਹੁਣ ਕਿ ਬੱਚਿਆਂ ਦੇ ਉੱਪਰ ਨਾ ਪਿਕਚਰਸ ਨੇ ਔਰ ਮੂਵੀਜ਼ ਬਹੁਤ ਘੱਟ ਨੇ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਸਿਨੇਮਾ ਕਮਰਸ਼ੀਅਲ 'ਤੇ ਕੰਮ ਕਰਦਾ ਹੈ। ਸਭ ਤੋਂ ਪਹਿਲਾਂ ਅਮੋਲ ਗੁਪਤੇ ਜੀ ਨੇ ਇੱਕ ਪ੍ਰੋਜੈਕਟ ਤਿਆਰ ਕੀਤਾ ਤਾਰੇ ਜ਼ਮੀਨ 'ਤੇ, ਉਸ ਨੂੰ ਅਮੀਰ ਖਾਨ ਸਾਹਿਬ ਕਰਦੇ ਨੇ, ਬਹੁਤ ਵੱਡੀ ਸਕਸੈਸ ਹੁੰਦੀ ਹੈ। ਫਿਰ ਅਮੋਲ ਗੁਪਤੇ ਸਾਹਿਬ ਇੱਕ ਫਿਲਮ ਲੈ ਕੇ ਆਉਂਦੇ ਨੇ ਸਟੈਂਡਲੀ ਕਾ ਡੱਬਾ, ਉਹਦੇ ਵਿੱਚ ਸਟਾਰ ਕਾਸਟ ਬਹੁਤ ਛੋਟੀ ਸੀ ਔਰ ਮੈਸੇਜ ਬਹੁਤ ਅੱਛਾ ਸੀ, ਬਟ ਉਹ ਕਮਰਸ਼ਲੀ ਕਾਮਯਾਬ ਨਹੀਂ ਰਹਿੰਦੀ। ਸੋ ਪਬਲਿਕ ਦਾ ਟੇਸਟ ਇੱਕ ਵੱਡੇ ਸਿਤਾਰਿਆਂ ਨਾਲ ਜੁੜ ਰਿਹਾ ਹੈ, ਜੋ ਪਬਲਿਕ ਹੈ ਇੱਕ ਵੱਡਾ ਚਿਹਰਾ ਦੇਖ ਕੇ ਜੁੜਦੀ ਹੈ। ਤਾਂ ਆਪ ਜੀ ਨੂੰ ਕੀ ਲੱਗਦਾ ਕਿ ਥੀਏਟਰ ਦੀ ਦੁਨੀਆ ਨਾਲ ਤੁਸੀਂ ਲੋਕਾਂ ਨੂੰ ਜੋੜ ਲਓਗੇ, ਜਾਂ ਤੁਸੀਂ ਕਮਰਸ਼ੀਅਲ ਵੱਲ ਕਿਉਂ ਨਹੀਂ ਆਉਂਦੇ? ਤੁਸੀਂ ਜ਼ਿਕਰ ਕੀਤਾ ਹੈ ਆਮਿਰ ਖਾਨ ਜੀ ਦਾ ਕਿ ਤਾਰੇ ਜ਼ਮੀਨ 'ਤੇ, ਬਹੁਤ ਬਾਕਮਾਲ ਮੂਵੀ ਸੀਗੀ, ਔਰ ਵੱਡੇ ਸਟਾਰ ਕਾਸਟ ਦਾ ਡੈਫੀਨੇਟਲੀ ਇੱਕ ਹੈਡ ਔਨ ਸਟਾਰਟ ਮਿਲ ਜਾਂਦਾ ਤੁਹਾਨੂੰ, ਬਿਲਕੁਲ, ਬਿਕੋਜ਼ ਲੋਕ ਫੈਨ ਫੋਲੋਇੰਗ ਹੈ, ਉਹ ਇਸਟੈਬਲਿਸ਼ਡ ਹੈ, ਉਹਨਾਂ ਨੂੰ ਪਤਾ ਵੀ ਜਦੋਂ ਕੋਈ ਕੰਮ ਕਰਨਗੇ ਜਾਂ ਲੈ ਕੇ ਆਉਣਗੇ ਲੋਕਾਂ ਤੱਕ ਤਾਂ ਕੁਛ ਵੱਖਰਾ ਹੋਏਗਾ। ਬਿਲਕੁਲ ਸਰ। ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਹੈ, ਇਹ ਕਮਰਸ਼ਲੀ ਇਸ ਫਿਲਮ ਨੇ ਕਿਸ ਤਰ੍ਹਾਂ ਕੀਤਾ ਉਹ ਇੱਕ ਵੱਖਰੀ ਗੱਲ ਹੈ, ਪਰ ਮੈਂ ਇਹਦਾ ਦੂਸਰਾ ਪੱਖ ਜਿਹੜਾ ਜ਼ਿਆਦਾ ਇੰਪੋਰਟੈਂਟ ਹੈ ਉਹ ਮੈਂ ਤੁਹਾਡੇ ਨਾਲ ਇੱਥੇ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਇੱਥੇ ਬੱਚੇ ਦਾ ਜਿਹੜਾ ਉਹਨਾਂ ਨੇ ਮਾਨਸਿਕ ਉਹਦੀ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਉਹ ਬੜੀ ਜ਼ਰੂਰੀ ਸੀਗੀ ਕਰਨੀ, ਬਿਕੋਜ਼ ਆਪਾਂ ਨਹੀਂ ਸਮਝਦੇ ਕਿ ਇਹ ਬੱਚਾ ਡਿਸਲੈਕਸਿਕ ਸੀਗਾ ਅਤੇ ਇਹਨੂੰ ਲਰਨਿੰਗ ਡਿਸੇਬਿਲਿਟੀ ਹੈ। ਬਿਲਕੁਲ। ਅਸੀਂ ਕਦੇ ਆਪਣੇ ਸਕੂਲਸ 'ਚ ਬੱਚਾ ਜੇ ਕਿਤੇ ਆਪਣੇ ਸਟੈਂਡਰਡਸ ਤੋਂ ਡਰੋਪ ਕਰਦਾ ਹੈ, ਅਸੀਂ ਇਹ ਕਦੇ ਵੀ ਨਹੀਂ ਸੋਚਦੇ ਕਿ ਬੱਚੇ ਨੂੰ ਲਰਨਿੰਗ ਡਿਸੇਬਿਲਿਟੀ ਹੋ ਸਕਦੀ ਹੈ। ਪੇਰੈਂਟਸ ਐਕਸੈਪਟ ਹੀ ਨਹੀਂ ਕਰਦੇ। ਬਿਲਕੁਲ ਸਰ। ਪਰ ਕਿਤੇ ਨਾ ਕਿਤੇ ਸਾਡੇ ਐਜੂਕੇਸ਼ਨ ਸਿਸਟਮ ਦੀ ਵੀ ਪ੍ਰੋਬਲਮ ਹੈ। ਨਹੀਂ, ਐਜੂਕੇਸ਼ਨ ਸਿਸਟਮ ਦੀ ਤਾਂ ਹੈ ਹੀ ਹੈ। ਜੇ ਟੀਚਰਸ ਬੱਚੇ ਦੀ ਕੰਡੀਸ਼ਨ ਨੂੰ ਨਹੀਂ ਪਿਕਅਪ ਕਰ ਸਕਦੇ, ਹੁਣ ਕਿਉਂਕਿ ਸਪੈਸ਼ਲ ਲਰਨਿੰਗ ਵਿਦ ਡਿਸੇਬਿਲਿਟੀਜ਼ 'ਤੇ ਹੁਣ ਨਰਸਰੀ ਦੀਆਂ ਟੀਚਰਸ ਨੂੰ ਖਾਸ ਤੌਰ ਕਾਫੀ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਸੋ ਉਹ ਹੁਣ ਅੱਛਾ, ਇਹ ਸਿਰਫ ਇੱਥੇ ਡਿਸਲੈਕਸਿਕ ਦੀ ਗੱਲ ਕਰਦੇ ਨੇ ਕਿ ਡਿਸਲੈਕਸਿਕ ਹੈ ਬੱਚਾ, ਲਰਨਿੰਗ ਡਿਸੇਬਿਲਿਟੀਜ਼ ਨੇ, ਪਰ ਡਿਸੇਬਿਲਿਟੀਜ਼ ਹੋਰ ਬਹੁਤ ਨੇ ਬੱਚਿਆਂ 'ਚ, ਬਹੁਤ ਜ਼ਿਆਦਾ ਨੇ। ਔਟਿਜ਼ਮ ਦਾ ਬੜਾ ਵੱਡਾ ਰੋਲ ਹੈ ਉਹਦੇ ਵਿੱਚ, ਤੁਹਾਡਾ ਮਸਲ ਡਿਸਟੋਫੀਆ ਦਾ ਹੈ, ਜਾਂ ਤੁਹਾਡੇ ਕੋਲੇ ਮੈਂਟਲ ਰਿਟਾਰਡੇਸ਼ਨ ਦਾ ਹੈ, ਹੋਰ ਬਹੁਤ ਸਬਜੈਕਟਸ ਨੇ ਜਿਹੜੇ ਉਹ ਆਪਾਂ ਨੂੰ ਉਦੋਂ ਹੀ ਪਤਾ ਲੱਗਦੇ ਨੇ ਕਿ ਜਦੋਂ ਬਹੁਤ ਹਾਲਾਤ ਤੋਂ ਅੱਗੇ ਚਲੇ ਜਾਂਦੇ ਨੇ ਔਰ
ਟੀਚਰਸ ਨਹੀਂ ਕੋਪ ਅਪ ਕਰ ਸਕਦੇ, ਫਿਰ ਅਸੀਂ ਸਪੈਸ਼ਲਿਸਟ ਵੱਲ ਜਾਣਾ ਸ਼ੁਰੂ ਕਰਦੇ ਹਾਂ। ਬਿਲਕੁਲ ਸਰ। ਸੋ ਇਹ ਚੀਜ਼ਾਂ ਹੈਗੀਆਂ ਨੇ, ਅਵੇਅਰਨੈਸ ਦੀ ਲੋੜ ਹੈ। ਔਰ ਤੁਸੀਂ ਦੇਖੋ ਇਹ ਜਿਹੜਾ ਅੱਜ ਕੱਲ੍ਹ ਕੋਵਿਡ ਦਾ ਦੌਰ ਚੱਲ ਰਿਹਾ ਹੈ, ਇਹਦੇ ਵਿੱਚ ਮੈਂਟਲ ਹੈਲਥ ਬਹੁਤ ਵੱਡਾ ਇਸ਼ੂ ਹੈ ਜਿਹੜਾ ਕੋਈ ਡਿਸਕਸ ਨਹੀਂ ਕਰ ਰਿਹਾ। ਬਿਲਕੁਲ ਸਰ। ਛੋਟੇ ਬੱਚਿਆਂ ਨੂੰ ਮੈਂਟਲ ਹੈਲਥ ਦੀਆਂ ਬਹੁਤ ਵੱਡੀਆਂ ਇਸ਼ੂਜ਼ ਨੇ। ਗੈਜਟ ਦੇ ਨਾਲ ਉਹ ਇੰਨਾ ਜ਼ਿਆਦਾ ਜੁੜ ਚੁੱਕੇ ਨੇ ਕਿ ਉਹਨਾਂ ਨੂੰ ਵਿਡਰੋਲ ਸਿੰਪਟਮਸ ਹੁੰਦੇ ਨੇ, ਹੋਰ ਚੀਜ਼ਾਂ ਨੇ। ਬੱਚਿਆਂ ਨੂੰ ਐਨਕਾਂ ਬਹੁਤ ਛੇਤੀ ਉਮਰ 'ਚ ਲੱਗ ਗਈਆਂ ਨੇ। ਕਿਉਂ ਲੱਗ ਗਈਆਂ ਨੇ? ਬਿਕੋਜ਼ ਸਕਰੀਨ ਟਾਈਮ ਵੱਧ ਗਿਆ, ਪਲੇ ਟਾਈਮ ਘਟ ਗਿਆ। ਸੋ ਇਹ ਸਾਰੇ ਫੈਕਟਰਸ ਜਿਹੜੇ ਨੇ, ਇੱਕ ਸਾਨੂੰ ਐਕਸਲੈਂਸ ਵੱਲ ਕੋਸ਼ਿਸ਼ ਕਰ ਰਿਹਾ ਹਰੇਕ ਪੇਰੈਂਟ ਕਿ ਸਾਡਾ ਬੱਚਾ ਸਟਾਰ ਬਣੇ, ਸਾਡਾ ਬੱਚਾ ਫੇਮ ਜਾਏ, ਸਾਡਾ ਬੱਚਾ, ਬਟ ਬੱਚਾ ਉਹ ਸਾਰੀਆਂ ਚੀਜ਼ਾਂ ਇੱਕ ਅਲੱਗ ਚੀਜ਼ ਨੇ, ਬਟ ਬੱਚਾ ਹੈਲਦੀ ਵੀ ਹੋਣਾ ਚਾਹੀਦਾ ਹੈ। ਪਲੇਗਰਾਉਂਡ ਦੀ ਜਗ੍ਹਾ ਪਲੇ ਸਟੇਸ਼ਨਸ ਨੇ ਲੈ ਲਈ, ਤਾਂ ਪਲੇ ਸਟੇਸ਼ਨਸ ਨੇ ਲੈ ਲਈ, ਉਹ ਤੁਹਾਨੂੰ ਉਹਨੂੰ ਸਬਸਟੀਟਿਊਟ ਤੁਹਾਨੂੰ ਕਰਨਾ ਪੈਣਾ ਹੈ। ਔਰ ਖਾਸ ਤੌਰ ਟੀਮ ਗੇਮਸ ਖੇਡਣ ਦੀ ਬੜੀ ਲੋੜ ਹੈ। ਅਸੀਂ ਇੰਡੀਵਿਜੂਅਲ ਗੇਮਸ ਖੇਡਦੇ ਹਾਂ, ਇੰਡੀਵਿਜੂਅਲ ਗੇਮ 'ਚ ਤੁਹਾਡੇ ਕੋਲੋਂ ਟੀਮ ਸਪਿਰਿਟ ਹੀ ਨਹੀਂ ਆਉਂਦੀ। ਸੋ ਵੀ ਨੀਡ ਟੂ ਹੈਵ ਆਲ ਸੌਰਟਸ ਆਫ ਐਕਟੀਵਿਟੀਜ਼, ਤਾਂ ਕਿ ਉਹਦੇ ਵਿੱਚ ਬੱਚੇ ਡਿਬੇਟ ਵੀ ਕਰਨ, ਬੱਚੇ ਕਾਮਨ ਗੇਮਸ ਵੀ ਖੇਡਣ, ਇਹਨਾਂ ਕੋਲੇ ਰੈਕਰੀਏਸ਼ਨ ਦਾ ਟਾਈਮ ਵੀ ਹੋਵੇ, ਇਹਨਾਂ ਨੂੰ ਅਸੀਂ ਐਡਵੈਂਚਰ ਸਪੋਰਟਸ ਨਾਲ ਵੀ ਜੋੜੀਏ, ਤਾਂ ਕਿ ਇੱਕ ਆਲ ਰਾਊਂਡ ਹੈਲਦੀ ਡਿਵੈਲਪਮੈਂਟ ਹੋਏ ਸਾਡੀ ਅਗਲੀ ਜਨਰੇਸ਼ਨ ਦੀ। ਸੋ ਇਹ ਚੀਜ਼ਾਂ ਦੀ ਲੋੜ ਹੈ। ਇਸ ਇੱਕ ਦੌੜ 'ਚ ਭੱਜਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਸਾਡਾ ਬੱਚਾ ਮੈਂਟਲੀ ਸਟੇਬਲ ਹੋਵੇ, ਫਿਜ਼ੀਕਲੀ ਕੇਪੇਬਲ ਹੋਵੇ ਔਰ ਆਲ ਰਾਊਂਡਰ ਹੋਵੇ, ਉਹ ਬੱਚਾ ਤੁਸੀਂ ਦੇਖੋਗੇ ਹਮੇਸ਼ਾ ਬਿਹਤਰ ਕਰੇਗਾ ਜਾ ਕੇ ਜ਼ਿੰਦਗੀ 'ਚ। ਫਿਰ ਅੰਡਰ ਪ੍ਰੈਸ਼ਰ ਇਹ ਬੱਚੇ ਜਦੋਂ ਆਉਂਦੇ ਨੇ, ਇਹ ਹੋਲਡ ਨਹੀਂ ਕਰ ਸਕਦੇ ਜੀ, ਇਹ ਛੇਤੀ ਕ੍ਰੈਕਡਾਊਨ ਹੁੰਦੇ ਨੇ, ਸੁਸਾਈਡਲ ਟੈਂਡੈਂਸੀਜ਼ ਆ ਜਾਂਦੀਆਂ ਨੇ, ਬ੍ਰੇਕਡਾਊਨਸ ਨੇ ਬਹੁਤ ਜ਼ਿਆਦਾ, ਮੈਰਿਟਲ ਬ੍ਰੇਕਡਾਊਨਸ ਨੇ। ਕਿਉਂ ਨੇ? ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚੋਂ ਹੀ ਸਾਰਾ ਉੱਭਰ ਕੇ ਆ ਰਹੀਆਂ ਨੇ ਚੀਜ਼ਾਂ। ਸੋ ਹੈਲਦੀ ਮਾਈਂਡ, ਹੈਲਦੀ ਬਾਡੀ, ਇਹ ਬਹੁਤ ਜ਼ਰੂਰੀ ਹੈ। ਤੇ ਮੈਨੂੰ ਲੱਗਦਾ ਹੈ ਕਿ ਸਾਡੇ ਐਜੂਕੇਸ਼ਨ ਸਿਸਟਮ ਨੂੰ ਇਸ 'ਤੇ ਫੋਕਸ ਕਰਨ ਦੀ ਲੋੜ ਹੈ। ਜਿੱਥੇ ਲੋਕ ਪਸੰਦ ਕਰਦੇ ਨੇ ਮਾਲ 'ਚ ਜਾ ਕੇ ਮੂਵੀਜ਼ ਦੇਖਣਾ, ਔਰ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰਦੇ ਨੇ ਪਲੇਗਰਾਉਂਡ ਨਹੀਂ ਬਲਕਿ ਪਲੇ ਸਟੇਸ਼ਨ 'ਚ ਜਾਣ, AC ਲੱਗਿਆ ਹੋਵੇ, ਜਿੱਥੇ ਵਾਈਫਾਈ ਦੀਆਂ ਸਹੂਲਤਾਂ ਹੋਣ, ਉੱਥੇ ਮਾਲ 'ਚ ਪਿਕਚਰ ਦਿਖਾਉਣਾ ਜਾਂ ਵੀਕਐਂਡ 'ਤੇ ਜਾਣਾ ਇੱਕ ਟ੍ਰੈਂਡ ਬਣ ਚੁੱਕਿਆ, ਇੱਕ ਮਤਲਬ ਸਾਡੀ ਲਾਈਫ ਦਾ ਹਿੱਸਾ ਬਣ ਚੁੱਕਿਆ। ਫੇਸਬੁੱਕ, WhatsApp ਦੇ ਉੱਪਰ ਉਹਦੀਆਂ ਪਿਕਚਰਸ ਲੋਡ ਕਰਨੀਆਂ, ਲੋਕਾਂ ਨੂੰ ਦਿਖਾਉਣਾ। ਉੱਥੇ ਸਾਡੀ ਡਾਕੂਮੈਂਟਰੀ ਨੂੰ ਦੇਖਣ ਲਈ ਕੌਣ ਆਊਗਾ? ਜਿਹੜਾ ਸਵਾਲ ਹੈ ਤੁਹਾਡਾ ਫੈਮਿਲੀ ਟਾਈਮ ਜੀ, ਇਹ ਤਾਂ ਹੁਣ ਪੇਰੈਂਟਸ ਨੇ ਡਿਫਾਈਨ ਕਰਨਾ ਵੀ ਫੈਮਿਲੀ ਟਾਈਮ ਕੀ ਹੈ। ਫੈਮਿਲੀ ਟਾਈਮ ਇਹ ਵੀ ਹੈ ਕਿ ਗ੍ਰੈਂਡ ਪੇਰੈਂਟਸ ਕੋਲੇ ਜਾਣਾ, ਫੈਮਿਲੀ ਟਾਈਮ ਇਹ ਵੀ ਹੈ ਕਿ ਘਰ 'ਚ ਸੰਗੀਤ ਹੋਣਾ, ਸੰਗਤ ਹੋਣੀ ਚੰਗਾ ਡਿਬੇਟ ਹੋਣਾ, ਡਿਸਕਸ਼ਨ ਹੋਣੀ, ਚੰਗੇ ਥੀਏਟਰ ਜਾ ਕੇ ਬੱਚਿਆਂ ਨੂੰ ਦਿਖਾਉਣਾ। ਸੋ ਇਹ ਵੀ ਸਾਡਾ ਇੱਕ ਹਿੱਸਾ ਹੈ। ਹੁਣ ਇਹ ਇੱਕ ਐਸਕੇਪਿਸਟ ਰੂਟ ਹੈ ਔਰ ਬੜਾ ਸੌਖਾ ਹੈ ਕਿ ਉੱਧਰੋਂ ਤੁਸੀਂ ਬੱਚੇ ਨੂੰ ਪਿਕਚਰ ਦਿਖਾਈ, ਮੈਕਡੋਨਲਡਸ ਦੇ ਲੈ ਗਏ ਅਤੇ ਉਹਨਾਂ ਨੂੰ ਪਲੇ ਸਟੇਸ਼ਨ ਛੱਡਤਾ, ਅਤੇ ਤੁਸੀਂ ਕਿਹਾ ਵੀ ਬੜਾ ਇੱਕ ਕੰਪਲੀਟ ਪੈਕੇਜ ਮੈਂ ਕਰਿਆ ਹੈ। ਪਰ ਉਹਦੇ ਸਾਈਡ ਇਫੈਕਟਸ ਦੇਖੋ ਤੁਸੀਂ ਕੀ ਨੇ। ਜੀ, ਪਹਿਲਾਂ ਤਾਂ ਮੂਵੀਜ਼ ਜਿਹੜੀਆਂ ਨੇ ਉਹ 90% ਛੋਟੇ ਬੱਚਿਆਂ ਵਾਸਤੇ ਹੈ ਹੀ ਨਹੀਂ, ਜਿਹੜੀਆਂ ਆਪਾਂ ਉਹਨਾਂ ਨੂੰ ਲੈ ਕੇ ਜਾਂਦੇ ਹਾਂ। ਉਹ ਤਾਂ ਸੈਂਸਰ ਦਾ ਸਰਟੀਫਿਕੇਟ ਲੱਗਿਆ ਹੁੰਦਾ। ਚਲੋ ਸੈਂਸਰ ਦਾ ਸਰਟੀਫਿਕੇਟ ਹੈ ਜਾਂ ਕੁਛ ਹੈ, ਪਰ ਉਹਦੇ ਵਿੱਚ ਕੋਈ ਬੱਚਾ ਕੋਈ ਮੈਸੇਜ ਜਾਂ ਕੋਈ ਐਂਟਰਟੇਨਮੈਂਟ ਵੀ ਨਹੀਂ ਕੋਈ ਵਾਪਸ ਲੈ ਕੇ ਜਾਂਦਾ, ਕਿ ਬਸ ਬੱਚਾ ਹੱਸਦਾ ਖੇਡਦਾ ਹੀ ਜਾਵੇ ਬਾਹਰ। ਬਿਲਕੁਲ ਜੀ, ਨਹੀਂ ਹੁੰਦਾ। ਫਿਰ ਉਹਨੂੰ ਤੁਸੀਂ ਫਾਸਟ ਫੂਡ ਦੇ ਨਾਲ ਜੋੜਦੇ ਹੋ, ਉਹ ਬੱਚੇ ਦੀ ਇੱਕ ਆਦਤ ਬਣ ਜਾਂਦੀ ਹੈ। ਤੀਜਾ, ਫਿਰ ਅਸੀਂ ਉਹਨੂੰ ਪਲੇ ਸਟੇਸ਼ਨ ਲੈ ਜਾਂਦੇ ਹਾਂ, ਵਿਚ ਇਜ਼ ਅ ਡਿਜ਼ਾਸਟਰ। ਉਹਦਾ ਕਾਰਨ ਇਹ ਹੈਗਾ ਕਿ ਜਿਹੜਾ ਬੱਚਾ ਉੱਥੇ ਘੰਟਾ ਡੇਢ ਘੰਟਾ ਪਲੇ ਸਟੇਸ਼ਨ 'ਤੇ ਰਹੇਗਾ, ਉਹਦਾ ਮਾਈਂਡ ਇੰਨਾ ਜ਼ਿਆਦਾ ਸਟਿਮੂਲੇਟ ਹੋ ਜਾਂਦਾ ਹੈ ਕਿ ਉਹ ਇੰਨੀ ਵਾਇਲੈਂਸ ਦੇ ਨਾਲ ਜੁੜ ਜਾਂਦਾ ਹੈ। ਬਿਕੋਜ਼ ਸਪੀਡ ਕਾਰਜ਼ ਨੇ, ਸ਼ੂਟਿੰਗ ਕਰ ਰਿਹਾ ਹੈ ਜਾਂ ਹੋਰ ਕੋਈ ਬਹੁਤ ਚੀਜ਼ਾਂ, ਮਾਈਂਡ ਜਿਹੜਾ ਹੈ ਉਹ ਟੋਟਲੀ ਬਹੁਤ ਜ਼ਿਆਦਾ ਤੁਹਾਡਾ ਸੁਪਰਨੈਚੁਰਲ ਪਾਵਰਸ ਵੱਲ ਬਹੁਤ ਜ਼ਿਆਦਾ ਤੁਹਾਡਾ ਐਸਕੇਲੇਟ ਕਰ ਜਾਂਦਾ ਹੈ ਜੀ। ਬੱਚਿਆਂ ਨੂੰ ਜਦੋਂ ਸ਼ਾਮ ਨੂੰ ਘਰ ਆਉਂਦੇ ਨੇ ਤਾਂ ਸਲੀਪ ਵੀ ਨਹੀਂ ਆਉਂਦੀ। ਬਿਲਕੁਲ, ਉੱਧਰੋਂ ਫਾਸਟ ਫੂਡ ਦਾ ਖਾਣਾ ਹੋ ਗਿਆ, ਉਸ ਤਰ੍ਹਾਂ ਮੂਵੀ ਹੋ ਗਈ, ਅਤੇ ਉਸ ਤੋਂ ਬਾਅਦ ਇਹ ਮਾਈਂਡ ਸਟਿਮੂਲੈਂਟ ਜਿਹੜੇ ਤੁਹਾਡੇ ਉਤੇਜਿਤ ਰਹਿੰਦਾ ਦਿਮਾਗ, ਹਾਂ, ਇਹ ਜਦੋਂ ਤੱਕ ਬੱਚਾ 2-3 ਘੰਟੇ ਮਾਈਂਡ ਉਹਦਾ ਜਾ ਕੇ ਨਿਊਟਰਲਾਈਜ਼ ਹੁੰਦਾ ਹੈ, ਤਾਂ ਜਾ ਕੇ ਕਿਤੇ ਨੀਂਦ ਦੀ ਗੱਲ ਆਉਂਦੀ ਹੈ। ਉਹ ਨੈਕਸਟ ਡੇ ਬੱਚਾ ਕਿਵੇਂ ਪਰਫਾਰਮ ਕਰੇਗਾ, ਕਿਵੇਂ ਉਹਦਾ ਸਕੂਲ ਜਾਣ ਨੂੰ ਕਿਵੇਂ ਮਨ ਕਰੇਗਾ। ਸੋ ਇਹ ਸਾਨੂੰ ਇਹ ਟ੍ਰੈਂਡਸ ਤੋਂ ਸਾਨੂੰ ਐਂਟਰਟੇਨਮੈਂਟ 'ਤੇ ਜਿਹੜੇ ਨੇ ਅਸੀਂ ਐਕਸਕਰਸ਼ਨਸ 'ਤੇ ਲੈ ਕੇ ਜਾ ਸਕਦੇ ਹਾਂ ਬੱਚਿਆਂ ਨੂੰ। ਜੋ ਪੇਰੈਂਟਸ ਬੱਚਿਆਂ ਨੂੰ ਟਰੈਵਲ ਕਰ ਸਕਦੇ ਨੇ ਬੱਚਿਆਂ ਦੇ ਨਾਲ, ਉਸ ਦੇ ਵਰਗਾ ਕੋਈ ਹੋਰ ਕੋਈ ਐਜੂਕੇਸ਼ਨ ਨਹੀਂ ਹੈਗਾ। ਜਿੰਨਾ ਵੀ ਅਸੀਂ ਐਟਲੀਸਟ ਤੁਹਾਡੇ 2 ਹੌਲੀਡੇਜ਼ ਇਨ ਦਾ ਈਅਰ
ਤਕਰੀਬਨ ਬਹੁਤ ਲੋਕਾਂ ਕੋਲੇ ਕਾਰਜ਼ ਨੇ ਜਾਂ ਟੂਰਿਸਟ ਬੱਸਿਸ ਜਿਹੜੀਆਂ ਨੇ ਬਹੁਤ ਅੱਛੀਆਂ, ਕੋਈ ਰਾਜਸਥਾਨ ਜਾ ਰਹੀ ਹੈ, ਕੋਈ ਕਿਤੇ ਜਾ ਰਹੀ ਹੈ। ਸੋ ਇਹ ਜਾ ਕੇ ਜਦੋਂ ਵੱਖ-ਵੱਖ ਲੋਕ ਵੱਖਰੇ ਕਲਚਰਸ ਨੂੰ ਦੇਖਣਗੇ, ਵੱਖਰੇ ਮਾਹੌਲਾਂ ਨੂੰ ਦੇਖਣਗੇ, ਤੇ ਡੈਫੀਨਿਟਲੀ ਇਹ ਵੀ ਇੱਕ ਐਜੂਕੇਸ਼ਨ ਦਾ ਹਿੱਸਾ ਬਣੇਗਾ। ਔਰ ਬੱਚੇ ਜਦੋਂ ਸ਼ਾਮ ਨੂੰ ਆਉਣ ਤੇ ਆ ਕੇ ਕੁਝ ਨੋਟਸ ਬਣਾਉਣ, ਲਿਖਣ, ਸ਼ਹਿਰਾਂ ਬਾਰੇ ਲਿਖਣ, ਹਿਸਟਰੀ ਬਾਰੇ ਲਿਖਣ, ਉਹ ਤਾਂ ਜਾ ਕੇ ਉਹ ਬੱਚਿਆਂ 'ਚ ਕੁਝ ਚੇਂਜ ਆਏਗੀ ਔਰ ਤਾਂ ਹੀ ਲੋਕ ਸਾਡੀਆਂ ਡਾਕੂਮੈਂਟਰੀਜ਼ ਵੱਲ ਜੁੜਨਗੇ। ਅਦਰਵਾਈਜ਼ ਪੋਸੀਬਲ ਨਹੀਂ ਹੈ। ਬਿਲਕੁਲ ਪੋਸੀਬਲ ਨਹੀਂ, ਕਿਉਂਕਿ ਇੱਕ ਸਪੀਡ ਨਾਲ ਹੀ ਮੇਨਟੇਨ ਕੀਤਾ ਜਾ ਸਕਦਾ ਹੈ। ਸੋ ਔਰ ਅਸੀਂ ਦੇਖਦੇ ਹਾਂ ਕਿ ਡਾਕੂਮੈਂਟਰੀ ਉਨੀ ਰੇਸੀ ਨਹੀਂ ਹੋ ਸਕਦੀ ਜਿੰਨੀਆਂ ਕਮਰਸ਼ੀਅਲ ਫਿਲਮ ਹੈ, ਬਿਕੋਜ਼ ਇਹਦੇ ਵਿੱਚ ਫਿਰ ਵੀ ਤੁਸੀਂ ਕੋਈ ਮੈਸੇਜ ਦੇ ਰਹੇ ਹੋ, ਕੋਈ ਇੰਟਰਵਿਊ ਹੈ, ਕੁਝ ਇਹਦੇ ਵਿੱਚ ਕੁਝ ਹਿਸਟੋਰੀਕਲ ਫੈਕਟਸ ਨੇ। ਸੋ ਇੰਨਾ ਇਹਦੇ ਵਿੱਚ ਉਸ ਕਿਸਮ ਦਾ ਜਿਹੜਾ ਐਕਸਾਈਟਮੈਂਟ ਦਾ ਮਿਊਜ਼ਿਕ ਵੀ ਨਹੀਂ ਹੈ, ਉਸ ਕਿਸਮ ਦੀਆਂ ਇੰਨੀ ਫਾਸਟ ਪੇਸਟ ਵੀ ਨਹੀਂ ਹੋ ਸਕਦੀ ਡਾਕੂਮੈਂਟਰੀ। ਸੋ ਇਹ ਥੋੜ੍ਹਾ ਜਿਹਾ ਇੱਕ ਆਦਤ ਬਣਨ ਦੀ ਗੱਲ ਹੈ। ਹੁਣ ਜਿਵੇਂ BBC ਹੈ ਜਾਂ ਹੋਰ ਨੇ ਜਿਹੜੇ ਐਸਟੈਬਲਿਸ਼ ਚੈਨਲਸ ਨੇ, ਉਹ ਹੁਣ ਬੜਾ ਸੋਹਣਾ ਆਪਦਾ ਵਰਲਡ ਲੈਵਲ 'ਤੇ ਭਾਵੇਂ ਹਿਸਟਰੀ ਹੈ, ਹੈਰੀਟੇਜ ਹੈ, ਕਲਚਰ ਹੈ, ਸਾਰੀਆਂ ਚੀਜ਼ਾਂ 'ਤੇ ਉਹਨਾਂ ਦੀ ਡਾਕੂਮੈਂਟਰੀਜ਼ ਬਾ ਕਮਾਲ ਚੱਲਦੀ ਨੇ। ਪਰ ਇਹ ਤਾਂ ਮੰਨਣ ਵਾਲੀ ਗੱਲ ਹੈ ਕਿ ਜਦੋਂ ਇੱਕ ਲੈਵਲ ਅਸੀਂ ਉੱਪਰ ਦੇਖ ਲੈਂਦੇ ਹਾਂ, ਤੁਹਾਨੂੰ ਥੱਲੇ ਆਉਣਾ ਬਹੁਤ ਔਖਾ ਹੋ ਜਾਂਦਾ। ਰਾਮਾਨੰਦ ਸਾਗਰ ਜੀ ਨੇ ਇੱਕ ਰਮਾਇਣ ਬਣਾਈ ਸੀ, ਉਸ ਤੋਂ ਬਾਅਦ ਹਰ ਜ਼ਿਲ੍ਹੇ, ਹਰ ਜਗ੍ਹਾ 'ਤੇ ਜੋ ਇੱਕ ਰਾਮਲੀਲਾ ਹੋਇਆ ਕਰਦੀ ਸੀ, ਉਹਦੀ ਜਿਹੜੀ ਆਡੀਅנס ਹੈ ਬਹੁਤ ਘਟ ਗਈ। ਫਰਕ ਤਾਂ ਪੈਂਦਾ, ਤੁਸੀਂ ਮੰਨਦੇ ਹੋ ਇਸ ਗੱਲ ਨਾਲ? ਫਰਕ ਤਾਂ ਹੌਲੀ ਹੌਲੀ ਪੈ ਰਿਹਾ ਹੈ, ਬਿਕੋਜ਼ ਮੇਰੇ ਖਿਆਲ ਹਰੇਕ ਬੱਚਾ ਜਿਹੜਾ ਹੁਣ ਆਪਾਂ ਦੇਖਦੇ ਹਾਂ, ਅਸੀਂ ਵੀ ਉਹਦੇ ਵਿੱਚੋਂ ਨਿਕਲੇ ਵੀ, ਅਸੀਂ ਸਾਰੇ ਰਾਮਲੀਲਾ ਜਾ ਕੇ ਬਹੁਤ ਇੰਜੋਏ ਕਰਦੇ ਰਹੇ ਹਾਂ। ਸੋ ਰਾਮਲੀਲਾ ਇਕੱਲਾ ਇਨੈਕਟਮੈਂਟ ਨਹੀਂ ਹੈ, ਇੱਕ ਪਰਿਵਾਰਿਕ ਇੱਕ ਆਊਟਿੰਗ ਵੀ ਹੈ ਤੁਹਾਡੀ, ਮੈਸੇਜ ਵੀ ਹੈ। ਤੁਸੀਂ ਜਾ ਕੇ ਹਰੇਕ ਕੈਰੈਕਟਰ ਨੂੰ ਡਿਸਕਸ ਕਰਦੇ ਹੋ, ਉਹਦੇ ਪ੍ਰੋਜ਼ ਐਂਡ ਕੌਨਸ ਵੀ ਦੇਖਦੇ ਹੋ, ਕੀ ਚੀਜ਼ਾਂ ਨੇ, ਕੀ ਮੈਸੇਜ ਲੈ ਕੇ ਜਾਣਾ ਹੈ। ਔਰ ਤੁਸੀਂ ਦੇਖੋ ਸਾਰੇ ਜਿਹੜੇ ਐਕਟਰਸ ਅੱਜ ਨਿਕਲੇ ਨੇ, ਜਿਹੜੇ ਹੁਣ ਇਸ ਸਮੇਂ ਤੋਂ ਪਹਿਲਾਂ ਵਾਲੇ ਨੇ, ਉਹ ਸਾਰੇ ਹੀ ਰਾਮਲੀਲਾ ਦੇ ਥਰੂ ਹੀ ਥੀਏਟਰਸ 'ਚ ਗਏ ਨੇ ਸਾਰੇ। ਸੋ ਇਹ ਬਹੁਤ ਵੱਡਾ ਪਲੈਟਫਾਰਮ ਹੈ ਤੁਹਾਨੂੰ। ਪਲੱਸ ਮੈਸੇਜ ਦੇਖੋ ਕਿੰਨਾ ਸਟਰੋਂਗ ਹੈ ਤੁਹਾਡੇ ਕੋਲੇ। ਔਰ ਇੱਥੇ ਤੁਸੀਂ ਮੇਕਅਪ ਵੀ ਆਪ ਕਰਦੇ ਹੋ, ਇੱਥੇ ਤੁਸੀਂ ਮਿਊਜ਼ਿਕ ਵੀ ਆਪ ਤਿਆਰ ਕਰਦੇ ਹੋ, ਇੱਥੇ ਤੁਸੀਂ ਡਾਇਲੌਗਸ ਵੀ ਆਪ ਕਾਫੀ ਹੱਦ ਤੱਕ ਆਪਣੀ ਡਾਇਲੌਗ ਡਿਲੀਵਰੀ ਤੁਸੀਂ ਸਪਾਂਸਰ ਪ੍ਰੋਡਿਊਸਰਸ ਬਹੁਤ ਘੱਟ ਨੇ। ਸੋ ਇਹ ਸਾਰੀਆਂ ਚੀਜ਼ਾਂ ਬੜੀਆਂ ਪੋਜ਼ਿਟਿਵ ਨੇ ਔਰ ਸਾਨੂੰ ਸਾਡੀ ਪਰੰਪਰਾ ਨੇ, ਸਾਨੂੰ ਇਹਨਾਂ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਬਿਲਕੁਲ ਜ਼ਰੂਰੀ ਹੈ। ਆਪ ਜੀ ਦੀਆਂ ਸਾਰੀਆਂ ਸੇਵਾਵਾਂ ਦੇਖ ਕੇ, ਉਹ ਚਾਹੇ ਬਜ਼ੁਰਗਾਂ ਦੇ ਅੱਖਾਂ ਦਾ ਆਪਰੇਸ਼ਨ ਹੋਵੇ, ਚਾਹੇ ਹੈਰੀਟੇਜ ਹੋਵੇ, ਜਾਂ ਸੰਗਰੂਰ ਨੂੰ ਟੂਰਿਜ਼ਮ ਕਨਵਰਟ ਕਰਨਾ ਹੋਵੇ, ਇੰਨਾ ਕੁਝ ਦੇਖਣ ਤੋਂ ਬਾਅਦ ਪਬਲਿਕ ਕਿਤੇ ਨਾ ਕਿਤੇ ਤੁਹਾਨੂੰ ਇੱਕ ਪੋਲੀਟੀਕਲ ਇਮੇਜ ਦੇਖਣਾ ਚਾਹੁੰਦੀ ਹੈ ਕਿ ਆਪ ਜੀ ਦਾ ਹੈ ਅੱਗੇ ਵਿਚਾਰ ਮੈਂ ਕੋਈ ਪੋਲੀਟੀਕਲ ਪਾਰਟੀ ਜੁਆਇਨ ਕਰਾਂ, ਕੋਈ ਹੈ ਐਸਾ? ਸੁਨੀਲ ਜੀ, ਮੈਨੂੰ ਵੀ ਅਕਸਰ ਲੋਕਾਂ ਨੇ ਕਈ ਵਾਰ ਸਵਾਲ ਕੀਤਾ। ਔਰ ਸ਼ੁਰੂ 'ਚ ਅਸੀਂ ਜਦੋਂ ਕੰਮ ਕੁਝ ਕਰਨ ਲੱਗੇ ਤੇ ਲੋਕਾਂ ਨੂੰ ਇਹੀ ਸੀਗਾ ਵੀ ਸ਼ਾਇਦ ਅਸੀਂ ਸਿਰਫ ਪੋਲੀਟੀਕਲ ਬੇਸ ਕਰਕੇ ਹੀ ਆ ਸਾਰਾ ਕੁਝ ਕਰ ਰਹੇ ਹਾਂ। ਕਿਉਂਕਿ ਸਰ ਇਹ ਨਾ ਕੁਝ ਲੀਡਰਸ ਨੇ ਆ ਕੇ ਉਰੇ ਕੀਤਾ ਸੰਗਰੂਰ 'ਚ, ਮਤਲਬ ਤੁਹਾਡੀ ਪਰਸਨੈਲਿਟੀ ਤਾਂ ਮਤਲਬ ਹੀ ਨਹੀਂ ਉਹ ਹੋਵੇ, ਕਿਉਂਕਿ ਤੁਸੀਂ ਤਾਂ ਪਿੱਛੋਂ ਤੋਂ ਹੈ ਇਸ ਚੀਜ਼ ਨਾਲ ਲਵਰੇਜ ਹੋ, ਇਹ ਸਾਰੀਆਂ ਚੀਜ਼ਾਂ ਨਾਲ, ਸੁੱਖ ਸਹੂਲਤਾਂ ਨਾਲ, ਪਿਆਰ ਨਾਲ ਲਵਰੇਜ ਹੋ ਲੋਕਾਂ ਦੇ। ਪਰ ਕੁਝ ਆਏ ਨੇ ਲੋਕ ਐਸਾ ਮਤਲਬ ਐਸੇ ਇਸ ਫੀਲਡ ਦੇ ਵਿੱਚ ਕਿ ਉਹਨਾਂ ਨੇ ਪਹਿਲਾਂ ਥੋੜਾ ਕੁਝ ਕੀਤਾ, ਫਿਰ ਬਹੁਤ ਕੁਝ ਆਪਣੇ ਲਈ ਕੀਤਾ। ਉਹ ਇਸ ਤਰ੍ਹਾਂ ਹੈਗਾ ਕਿ ਜੇ ਅਸੀਂ ਪੋਲੀਟੀਕਲ ਫੀਲਡ 'ਚ ਆਉਣਾ ਹੁੰਦਾ ਤਾਂ ਸਾਨੂੰ ਇਨਡਾਇਰੈਕਟ ਆਉਣ ਦੀ ਕੋਈ ਜ਼ਰੂਰਤ ਨਹੀਂ ਸੀਗੀ ਜੀ। ਤੁਸੀਂ ਦੇਖੋ ਮੈਂ 1972 ਦੀ ਇਲੈਕਸ਼ਨ ਮੈਨੂੰ ਬੜੀ ਅੱਛੀ ਤਰ੍ਹਾਂ ਯਾਦ ਹੈ ਸਾਰੀ, ਮੈਂ ਆਪਣੇ ਫਾਦਰ ਦੇ ਨਾਲ ਬਹੁਤ ਨਜ਼ਦੀਕੀਓ ਦੇਖੀ ਹੈ। ਫਿਰ ਅਸੀਂ 1977 ਦੀ ਇਲੈਕਸ਼ਨ ਦੇਖੀ, ਮੈਂ ਬਾਈ ਇਲੈਕਸ਼ਨ ਦੇਖੀ 1980 ਦੀ, ਫਿਰ ਹੋਰ ਵੀ ਪੋਲੀਟੀਕਲ ਇਲੈਕਸ਼ਨਸ ਮੈਂ ਕਾਫੀ ਕੁਝ ਬਹੁਤ ਨਜ਼ਦੀਕੀਓ ਦੇਖਿਆ ਨੇ। ਮੈਨੇਜਮੈਂਟ ਦਾ ਰੋਲ ਮੈਂ ਬਹੁਤ ਨਜ਼ਦੀਕੀਓ ਦੇਖਿਆ ਹੈ। ਬਟ ਤੁਸੀਂ ਦੇਖੋ ਕਿ ਪਿਛਲੇ ਇੰਨੇ ਸਾਲਾਂ ਤੋਂ ਨਾ ਕੋਈ ਪੋਲੀਟੀਕਲ ਮੇਰੀ ਐਫੀਲੀਏਸ਼ਨ ਹੈ ਔਰ ਨਾ ਹੀ ਮੇਰਾ ਕੋਈ ਇੰਟਰਸਟ ਹੈ। ਟੂ ਬੀ ਓਨੈਸਟ, ਮੈਂ ਬੜੇ ਖੂਬਸੂਰਤ ਜ਼ੋਨ 'ਚ ਹਾਂ ਇੱਕ ਇਸ ਵੇਲੇ, ਔਰ ਬੜੇ ਕ੍ਰੀਏਟਿਵ ਜ਼ੋਨ 'ਚ ਹੈ। ਅਤੇ ਮੈਂ ਆਪਣੀ ਉਹ ਕ੍ਰੀਏਟਿਵਿਟੀ ਨੂੰ, ਆਪਣਾ ਉਹ ਜਿਹੜੇ ਜੋ ਮੈਂ ਆਪਣਾ ਵੱਧ ਤੋਂ ਵੱਧ ਕੰਟਰੀਬਿਊਟ ਜੋ ਕਰ ਸਕਦਾ ਹਾਂ, ਉਹ ਮੈਂ ਉਸ ਸਮੇਂ 'ਚ ਆਲਰੇਡੀ ਹੈਗਾ ਜੀ। ਸੋ ਮੈਨੂੰ ਉਸ ਜ਼ੋਨ 'ਚੋਂ ਨਿਕਲਣਾ ਬਿਲਕੁਲ ਵੀ, ਮੈਨੂੰ ਆਪਣਾ ਕੰਫਰਟ ਛੱਡਣ ਵਾਲੀ ਗੱਲ, ਆਪਣੇ ਕੰਫਰਟ ਛੱਡ ਕੇ ਮੈਨੂੰ ਕੰਮ ਕਰਨ 'ਚ ਵੀ ਕੋਈ ਗੁਰੇਜ਼ ਨਹੀਂ ਹੈ ਜੀ। ਬਟ ਮੈਂ ਜੋ ਆਪਣੀ ਇੱਕ ਇੰਟਰਸਟ ਹੈ, ਔਰ ਮੇਰੀ ਫਿਰ ਫੈਮਿਲੀ ਦੀਆਂ ਜ਼ਿੰਮੇਵਾਰੀਆਂ ਨੇ, ਮੇਰੀਆਂ ਹੋਰ ਕਈ ਕਬੀਲਦਾਰੀਆਂ ਨੇ, ਔਰ ਫਿਰ ਮੇਰੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਸਾਰੇ, ਅਤੇ ਮੈਂ ਬਹੁਤ ਆਪਣੀ ਇੱਕ ਕੰਫਰਟ ਜ਼ੋਨ 'ਚ ਹੈ ਜਿੱਥੇ ਮੈਂ ਆਪਣੇ ਆਪ ਨੂੰ ਉਨਾ ਕੁ ਦੇ ਸਕਦਾ ਹੈ ਸਮਾਂ ਕਿ ਜਿੰਨਾ ਮੇਰੇ ਕੋਲੇ ਪੋਸੀਬਲ ਹੈ। ਹੁਣ ਕ੍ਰੀਏਟਿਵਿਟੀ ਨਾਲ ਵੀ ਜੁੜੇ ਹਾਂ ਅਸੀਂ, ਡਾਕੂਮੈਂਟਰੀਜ਼ ਵੀ ਕਰਦੇ ਹਾਂ ਅਸੀਂ, ਹੋਰ ਵੀ ਚੀਜ਼ਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ।
ਮੈਂ ਕਿਤਾਬ ਵੀ ਲਿਖ ਰਿਹਾ ਇਨਫੈਕਟ ਉਸ 'ਤੇ ਵੀ ਕੰਮ ਚੱਲ ਰਿਹਾ ਹੈ, ਅਗਲਾ ਪ੍ਰੋਜੈਕਟ ਵੀ ਤਕਰੀਬਨ ਹੈਗਾ ਹੈ। ਸੋ ਬਿਲਕੁਲ ਵੀ ਕੋਈ ਇੰਟਰਸਟ ਨਹੀਂ ਹੈ। ਔਰ ਇਸ ਵੇਲੇ ਮੈਂ ਇਹ ਵੀ ਕਹਿਣ ਨੂੰ ਤਿਆਰ ਹਾਂ ਕਿ ਸਾਡੇ ਹੋਰ ਕੋਈ ਪਰਿਵਾਰ 'ਚ ਵੀ ਫਿਲਹਾਲ ਕਿਸੇ ਨੂੰ ਕੋਈ ਇੰਟਰਸਟ ਨਹੀਂ ਹੈ। ਔਰ ਜੇ ਅਸੀਂ ਸਿਆਸਤ 'ਚ ਆਉਣਾ ਹੁੰਦਾ, ਮੈਨੂੰ ਇੱਧਰ ਉੱਧਰ ਘੁੰਮ ਕੇ ਆਉਣ ਦੀ ਕਦੇ ਕੋਈ ਜ਼ਰੂਰਤ ਨਹੀਂ ਸੀਗੀ। ਬੇਸ ਬਣਿਆ ਹੋਇਆ ਸੀ। ਬੇਸ ਬਣਿਆ ਹੋਇਆ ਆ। ਦੇਖੋ ਆਹ ਘਰ ਨੇ ਪਤਾ ਨਹੀਂ ਕਿੰਨੀਆਂ ਰੌਣਕਾਂ ਦੇਖੀਆਂ, ਕਿੰਨਾ ਕੁਝ ਦੇਖਿਆ। ਤੇ ਸੋ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਕੋਈ ਇਸ ਕਿਸਮ ਦਾ ਕਿਤੇ, ਔਰ ਖ਼ਾਸ ਤੌਰ ਕੋਈ ਸ਼ਾਰਟਕਟ ਕਰਕੇ ਕੰਮ ਕਰਨ ਦਾ ਮੈਂ ਬਿਲਕੁਲ ਬਲੀਵ ਨਹੀਂ ਕਰਦਾ। ਮੇਰੇ ਫਾਦਰ ਦਾ ਵੀ ਮੈਂ ਦੇਖਦਾ ਵੀ ਉਹਨਾਂ ਨੇ ਪਹਿਲੇ ਆਪਦੇ ਪਿੰਡ ਤੋਂ ਸ਼ੁਰੂ ਕੀਤਾ, ਫਿਰ ਜਾ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ, ਸੰਗਰੂਰ ਜੀਂਦ ਕਾਮਨ ਸੀਗਾ, ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਜਿਹੜੀ ਜੁਆਇੰਟ ਪੰਜਾਬ 'ਚ ਸੀਗਾ ਜੀ। ਉਦੋਂ ਬਾਅਦ ਫਿਰ MLA ਬਣੇ, ਮਿਨਿਸਟਰ ਬਣੇ। ਉਹ ਅੱਗੇ ਦੀ ਅੱਗੇ ਨੇ ਸਾਰੀਆਂ ਚੀਜ਼ਾਂ। ਬਟ ਉਹਨਾਂ ਨੇ ਵੀ ਕਦੇ ਕੋਈ ਐਸਾ ਕੋਈ ਸ਼ਾਰਟਕਟ ਨਹੀਂ ਕੋਈ ਜ਼ਿੰਦਗੀ ਦਾ ਕੀਤਾ। ਉਹਨਾਂ ਨੇ ਸਾਰੇ ਨੀਚੋਂ ਗ੍ਰਾਸ ਰੂਟ ਤੋਂ ਹੀ ਆਪਦੇ ਮੈਰਿਟ ਤੇ ਹੀ ਉਹਨਾਂ ਨੇ ਆ ਕੇ ਲੜਿਆ। ਉਸ ਕਰਕੇ ਅੱਜ ਉਹਨਾਂ ਨੂੰ ਯਾਦ ਕਰਦੇ ਨੇ ਲੋਕ। ਜਾਣੀ ਕਿ ਕਲੀਅਰ ਹੈ ਕਿ ਤੁਹਾਡਾ ਪੋਲੀਟੀਕਲ ਕਦੇ ਇਦਾਂ ਦਾ ਕੁਝ ਨਹੀਂ ਹੈ, ਵਿਚਾਰ ਹੀ ਨਹੀਂ ਹੈ। ਬਿਲਕੁਲ ਕੋਈ ਵਿਚਾਰ ਨਹੀਂ ਹੈ ਔਰ ਕੋਈ ਸੋਚ ਵੀ ਨਹੀਂ ਹੈ। ਕੋਈ ਸੋਚ ਵੀ ਨਹੀਂ। ਹਾਂ, ਜੇ ਸੋਚ ਬਣਦੀ ਹੈ ਤਾਂ ਫਿਰ ਵਿਚਾਰ ਬਣਦਾ ਹੈ, ਬਟ ਕੋਈ ਸੋਚ ਨਹੀਂ ਹੈ ਔਰ ਵਿਚਾਰ ਵੀ ਨਹੀਂ ਹੈ। ਸੋ ਜਾਂਦੇ ਜਾਂਦੇ ਸਾਡੇ ਵਿਊਵਰਸ ਨੂੰ, ਤੁਹਾਡੇ ਪਿਆਰ ਕਰਨ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਸੇजेस ਤਾਂ ਬਹੁਤ ਨੇ, ਕਿਉਂਕਿ ਮੈਂ ਸੰਗਰੂਰ ਦਾ ਜੋ ਮਾਹੌਲ ਦੇਖਦਾ ਅੱਜ ਤੇ ਮਹਿਸੂਸ ਮੈਨੂੰ ਬਹੁਤ ਕੁਝ ਹੁੰਦਾ ਹੈ ਕਿ ਇੱਥੇ ਚੰਗੇ ਲਿਟਰੇਚਰ ਨਾਲ ਨਹੀਂ ਕੋਈ ਜੁੜਦਾ, ਚੰਗੀਆਂ ਬੁੱਕਸ ਨਾਲ ਕਿਸੇ ਨੂੰ ਕੋਈ ਇੰਟਰਸਟ ਨਹੀਂ ਹੈ, ਚੰਗੇ ਸੰਗੀਤ ਨਾਲ ਕਿਸੇ ਨੂੰ ਕੋਈ ਇੰਟਰਸਟ ਨਹੀਂ ਹੈ, ਚੰਗੇ ਥੀਏਟਰ ਨਾਲ ਕਿਸੇ ਨੂੰ ਕੋਈ ਇੰਟਰਸਟ ਨਹੀਂ ਹੈ। ਆਪਸ ਦਾ ਭਾਈਚਾਰਾ ਵੀ ਉਹ ਨਹੀਂ ਹੈ ਜੋ ਅਸੀਂ ਬਚਪਨ 'ਚ ਦੇਖਿਆ ਹੈ ਜੀ। ਤੇ ਸਾਡੇ 'ਚ ਤਾਂ ਉਹ ਪੁਰਾਣਾ, ਕਿਉਂਕਿ ਬਚਪਨ ਬਹੁਤ ਖੂਬਸੂਰਤ ਰਿਹਾ ਸਾਡਾ, ਅਸੀਂ ਇਸ ਕਰਕੇ ਉਹ ਖਿੱਚ ਹੈ ਜਿਹੜੀ ਸਾਨੂੰ ਵਾਪਸ ਲਿਆਉਂਦੀ ਹੈ। ਬਟ ਬਹੁਤ ਚੀਜ਼ਾਂ ਬਦਲ ਗਈਆਂ ਨੇ, ਪਰ ਉਹ ਸਮੇਂ ਨਾਲ ਹੁੰਦਾ ਹੀ ਹੈ। ਤੇ ਮੈਂ ਇਹ ਚਾਹੁੰਦਾ ਵੀ ਜ਼ਰੂਰ ਲੋਕ ਆਪਣੇ ਹੈਰੀਟੇਜ ਨਾਲ, ਆਪਣੇ ਕਲਚਰ ਨਾਲ, ਆਪਣੇ ਵਿਰਸੇ ਨਾਲ ਜੁੜਨ, ਪਰਿਵਾਰਾਂ ਨਾਲ ਜੁੜਨ ਦੀ ਲੋੜ ਹੈ। ਬਿਲਕੁਲ। ਔਰ ਮੇਰੇ ਤੋਂ ਥੋੜ੍ਹਾ ਜਿਹਾ ਹਟ ਕੇ ਕੁਝ ਅਲੱਗ ਕਰਨ ਦੀ ਵੀ ਜ਼ਰੂਰਤ ਹੈ ਜੀ। ਸੋ ਜੇ ਆਪਣੇ ਤੋਂ ਅਲੱਗ ਕੁਝ ਕਰਾਂਗੇ ਤੇ ਕੁਝ ਅਲੱਗ ਹੋਏਗਾ। ਅਦਰਵਾਈਜ਼ ਤਾਂ ਫਿਰ ਤੁਸੀਂ ਦੇਖ ਹੀ ਰਹੇ ਹੋ ਵੀ 9 ਤੋਂ 5 ਤਾਂ ਸਾਰਿਆਂ ਦੇ ਹੋ ਰਹੇ ਨੇ, ਤੇ ਉਹਦੇ ਵਿੱਚ ਕੋਈ ਐਸਾ ਨਹੀਂ, ਕੁਝ ਆਊਟਸਟੈਂਡਿੰਗ ਨਹੀਂ ਕੋਈ ਨਿਕਲ ਕੇ ਆ ਰਿਹਾ। ਹਾਲਾਂਕਿ ਮੈਨੂੰ ਬੱਚਿਆਂ 'ਚ ਬੜੀ ਉਮੀਦ ਹੈ, ਛੋਟੇ ਬੱਚਿਆਂ 'ਚ ਕਿਤੇ ਮੈਂ ਦੇਖਦਾ ਹੈ ਬੜੀ ਉਮੀਦ ਹੈ, ਬੜਾ ਉਹਨਾਂ ਵਿੱਚ ਟੈਲੈਂਟ ਵੀ ਹੈ, ਕੁਝ ਵੱਖਰਾ ਕਰਨਾ ਵੀ ਚਾਹੁੰਦੇ ਨੇ। ਬੇਟੀਆਂ 'ਚ ਬਹੁਤ ਕੁਝ ਹੈ ਮੈਂ ਦੇਖਦਾ, ਤੇ ਮੈਨੂੰ ਬੜੀ ਉਮੀਦ ਹੈ ਕਿ ਸੰਗਰੂਰ ਤੋਂ ਚੰਗੇ ਸਪੋਰਟਸਮੈਨ ਨਿਕਲਣ, ਚੰਗੇ ਰਾਈਟਰਸ ਨਿਕਲਣ, ਚੰਗੇ ਐਕਸ ਆਰਮੀ ਦੇ ਲੋਕ ਨਿਕਲਣ ਜੀ। ਤੇ ਅਸੀਂ ਉਹਨਾਂ ਦੀ ਇੱਜ਼ਤ ਕਰੀਏ, ਅਸੀਂ ਉਹਨਾਂ ਦੀ ਰਿਸਪੈਕਟ ਕਰੀਏ, ਕਿਉਂਕਿ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਨੇਸ਼ਨ ਦੀ ਜ਼ਿੰਮੇਵਾਰੀ ਨੇ, ਸਮਾਜ ਦੀ ਜ਼ਿੰਮੇਵਾਰੀ ਹੈ, ਉਹ ਸਾਡੀ ਜ਼ਿੰਮੇਵਾਰੀ ਹੈ, ਉਹ ਪਰਿਵਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ। ਬਿਲਕੁਲ। ਸੋ ਸਾਨੂੰ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ। ਜਿਹੜੇ ਸਾਡੇ ਇਹ ਜੈਮਸ ਨੇ, ਆਈ ਥਿੰਕ ਉਹਨਾਂ ਨੂੰ ਸੰਭਾਲਣ ਦੀ ਸਾਡੀ ਜ਼ਰੂਰਤ ਹੈ। ਕਰਦੇ ਰਹੋਗੇ ਜਦ ਤੱਕ? ਬਿਲਕੁਲ, ਜ਼ਰੂਰ, ਬਿਲਕੁਲ। ਸੋ ਮੇਰਾ ਖਿਆਲ ਹੈ ਆਪ ਸਭ ਨੂੰ ਇਹ ਗੱਲਾਂ ਸੁਣ ਕੇ ਬੜਾ ਆਨੰਦ ਆਇਆ ਹੋਊਗਾ। ਇੱਕ ਐਸੀ ਸ਼ਾਂਤ ਪਰਸਨੈਲਿਟੀ ਦੇ ਨਾਲ ਅੱਜ ਅਸੀਂ ਤੁਹਾਨੂੰ ਮਿਲਾਇਆ, ਜਿਨ੍ਹਾਂ ਦੇ ਕੰਮ 'ਚ ਬਹੁਤ ਅਗਰੈਸ਼ਨ ਹੈ, ਜੋ ਕੰਮ ਪੂਰੇ ਜੋਸ਼ੋ ਜਨੂਨ ਨਾਲ ਕਰਦੇ ਨੇ, ਪਰ ਉਹਨਾਂ ਦੇ ਚਿਹਰੇ ਉੱਤੇ ਹਮੇਸ਼ਾ ਪਿਆਰ, ਸਤਿਕਾਰ ਮਿਲਦਾ ਹੈ ਲੋਕਾਂ ਨੂੰ। ਸਾਡੇ ਲਈ ਬੜਾ ਮੁਸ਼ਕਿਲ ਹੁੰਦਾ ਜੋ ਉਹਨਾਂ ਦੀ ਉਂਗਲ ਫੜ ਕੇ ਚੱਲੇ ਨੇ ਔਰ ਉਹਨਾਂ ਵੱਲ ਉਂਗਲ ਕਰਨੀ। ਸੋ ਅਸੀਂ ਇਹੀ ਗੱਲ ਕਹਾਂਗੇ ਤੁਹਾਨੂੰ ਕਿ ਜੋ ਵੀ ਤੁਹਾਡੀ ਧਾਰਨਾ ਹੈ ਇਸ ਇੰਟਰਵਿਊ ਨੂੰ ਦੇਖ ਕੇ, ਪਲੀਜ਼ ਕਮੈਂਟ ਸੈਕਸ਼ਨ ਵਿੱਚ ਜਾ ਕੇ ਸੀਵੀਆ ਸਾਹਿਬ ਬਾਰੇ 2 ਲਾਈਨਾਂ ਜ਼ਰੂਰ ਲਿਖਣਾ। ਆਪ ਸਭ ਨੂੰ ਬਹੁਤ ਸਾਰਾ ਆਦਰ ਤੇ ਪਿਆਰ।